ਤਾਂ ਪਿੰਡ ਬਿਰੜਵਾਲ ਦਾ ਸਹਿਜਪ੍ਰੀਤ ਸਿੰਘ ਜਿਹੜਾ ਦੋ ਪਿੰਡਾਂ ਦੇ ਵਿੱਚ ਬੇਅਦਬੀ ਕਰਦਾ ਤੇ ਜਿਸ ਦਾ ਲਿੰਕ ਡੇਰੇ ਸੱਚੇ ਸੌਦੇ ਸਾਧ ਦੇ ਨਾਲ ਜੋੜਿਆ ਜਾਂਦਾ ਹੈ। ਤਾਂ ਸਿੰਘ ਸਾਹਿਬ, ਇਹਨਾਂ ਦੋਨੇ ਕੇਸਾਂ ਦੇ ਵਿੱਚ ਇਹ ਘਟਨਾਵਾਂ ਕੀ ਸੀ ਤੇ ਧਾਰਾਂ ਕਿਹੜੀਆਂ ਲੱਗੀਆਂ, ਦੋਸ਼ੀ ਕੀ ਬਾਹਰ ਆ ਗਏ? ਕਿ ਜਦੋਂ ਗ੍ਰੰਥ ਸਿੰਘ ਦੇਗ ਬਣਾਉਂਦਾ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆ ਕੇ ਉਹਦੇ ਦਰਵਾਜ਼ੇ ਲਾ ਕੇ ਉੱਪਰ ਬਹਿ ਜਾਂਦਾ ਆ ਤੇ ਅਸੀਂ ਜਦੋਂ ਪਹੁੰਚਦੇ ਆ ਉਸ ਤੋਂ ਪਹਿਲਾਂ ਹੀ ਪੁਲਿਸ ਜਿਹੜੀ ਆ ਉਹਨੂੰ ਥਾਣੇ ਦੇ ਵਿੱਚ ਲੈ ਜਾਂਦੀ ਆ ਆਪਣੇ ਕਬਜ਼ੇ ਦੇ ਕਰ। ਉਸ ਤੋਂ ਬਾਅਦ ਜੀ ਜਦੋਜਹਿਦ ਕਰਨ ਨਾਲ 295 ਏ ਲੱਗਦੀ ਆ। 295 ਏ ਲੱਗਣ ਤੋਂ ਬਾਅਦ ਜੀ ਇਹ ਕਹਿੰਦੇ ਜੀ ਕਿ ਜ਼ਮਾਨਤ ਨਹੀਂ ਹੋਣੀ, ਇਹਦੀ ਪਤਾ ਨਹੀਂ 7 ਸਾਲ ਪਤਾ ਨਹੀਂ 8 ਸਾਲ ਜ਼ਮਾਨਤ ਨਹੀਂ ਹੈਗੀ ਜੀ। ਦੱਸਣ ਮੁਤਾਬਕ ਕਿ 2001 ਦੇ ਵਿੱਚ ਮੇਰੇ ਖਿਆਲ ਇੱਕ ਪਤਾ ਨਹੀਂ 2 ਦੇ ਵਿੱਚ ਪਹਿਲਾਂ ਵੀ ਉਰੇ ਬੇਅਦਬੀ ਹੋਈ ਆ ਰਖਾਣ ਮਾਜਰੇ ਦੇ ਵਿੱਚ ਤੇ ਉਸ ਤੋਂ ਪੁਲਿਸ ਨੇ ਨਜਾਇਜ਼ ਜਿਹੜੇ ਦੱਸਣ ਮੁਤਾਬਕ ਪਿੰਡ ਵਾਲਿਆਂ ਦੇ ਕਿ ਨਜਾਇਜ਼ ਪੁਲਿਸ ਨੇ ਚੱਕ ਕੇ ਬੰਦੇ ਕੁੱਟੇ ਨੇ। ਉਹ ਬੰਦੇ ਤੁਰ ਨਹੀਂ ਸਕਦੇ, ਉਹ ਹੁਣ ਵੀ ਮੰਜੇ ਦੇ ਵਿਚਾਰੇ ਅੱਧ ਵਿਚਾਲਾ ਜਿਹਾ ਪਏ ਨੇ। ਤੁਹਾਨੂੰ ਕੀ ਦੇ ਦਿੱਤਾ ਗਿਆ, ਸਾਨੂੰ ਕੀ ਕਿਹਾ ਕਿ ਇਹ ਪਾਗਲ ਹੋ ਗਿਆ। ਪਾਗਲ ਸੀਗਾ, ਪਾਗਲ ਬੰਦਾ ਤਾਂ ਗੱਡੀ ਚਲਾ ਨਹੀਂ ਸਕਦਾ, ਉਹ ਤਾਂ ਰਾਤ ਦੇ ਵਿੱਚ ਪਤਾ ਨਹੀਂ ਕਿੰਨੇ ਨੂੰ ਚੱਲਦਾ ਆਇਆ ਹੋਣਾ, ਕੋਈ ਸਾਹਮਣੇ ਨਹੀਂ ਆਈ ਗੱਲ। ਉਹ ਆਪਣੇ ਘਰੇ ਰਿਹਾ, ਉਹ ਆਪਣੇ ਘਰੇ ਕੋਈ ਉਹਨੂੰ ਨੁਕਸਾਨ ਕਰਿਆ। ਉਹਦੀ ਮਾਂ ਕਹਿ ਰਹੀ ਹੈ ਕਿ ਇਹ ਕਿਸਾਨੀ ਸੰਘਰਸ਼ ਦੇ ਵਿੱਚ ਗਿਆ ਸੀਗਾ ਤੇ ਮੈਂਟਲੀ ਐਪਸੈਟ ਹੁੰਦੀ, ਉੱਥੇ ਬਹੁਤ ਕੁਝ ਕਰ ਸਕਦਾ ਸੀਗਾ। ਉੱਥੇ ਕਿਸੇ ਵੀ ਕੁਝ ਨਹੀਂ ਕਰਿਆ। ਫਿਰ ਉਹ ਕਿਸੇ ਮੰਦਿਰ 'ਚ ਵੀ ਜਾ ਸਕਦਾ ਸੀਗਾ, ਕਿਸੇ ਮਸਜਿਦ 'ਤੇ ਵੀ ਜਾ ਸਕਦਾ ਸੀਗਾ, ਕਿਸੇ ਚਰਚ 'ਚ ਵੀ ਜਾ ਸਕਦਾ, ਕਿਤੇ ਵੀ ਨਹੀਂ ਗਿਆ। ਉਹਨੂੰ ਗੁਰੂ ਘਰ ਹੀ ਕਿਉਂ ਦਿਖਿਆ? ਜੇ ਸਿੱਖ ਨੌਜਵਾਨ ਨੇ ਕੁਛ ਕੀਤਾ ਹੁੰਦਾ ਤਾਂ ਉਹਦੇ ਚੱਡੇ ਪਾੜ ਦਿੱਤੇ ਜਾਂਦੇ ਨੇ, ਉਹਨਾਂ ਨਾਲ ਨਰੇਲੈਕੀ ਕੀਤੀ ਜਾਂਦੀ ਆ। ਕਦੇ ਮੈਂ ਦੱਸ ਵੀ ਨਹੀਂ ਸਕਦਾ ਕਿ ਉਹਨਾਂ ਨਾਲ ਕੀ ਬੀਤਦੀ ਆ, ਠੀਕ ਆ। ਤੇ ਉਹ ਬੰਦਿਆਂ ਨਾਲ ਕਿਉਂ ਨਹੀਂ ਬੀਤਦੀ? ਗੋਬਿੰਦ ਸਿੰਘ ਲੌਂਗੋਵਾਲ ਜੀ ਦੇ ਜਦੋਂ ਘਰੇ ਮੂਹਰੇ ਧਰਨਾ ਲੱਗਿਆ 365 ਸਰੂਪਾਂ ਦੇ ਦੋਸ਼ਾਂ ਦੇ ਵਿੱਚ, ਤਾਂ ਇਹਨਾਂ ਨੇ ਪੱਲਾ ਛੱਡ ਕੇ ਚੁੱਪ ਚਪੀਤੇ ਕਿਸੇ ਤੋਂ ਪੁੱਛਿਆ, ਇਹਨਾਂ ਨੇ ਚੱਕ ਕੇ ਬੀਬੀ ਜਗੀਰ ਕੌਰ ਲਾਤੀ। ਕਈ ਸਿੱਖ ਪ੍ਰਚਾਰਕ ਵੀ ਉੱਥੇ ਪਹੁੰਚੇ ਹੋਏ ਸੀ, ਤਾਂ ਉੱਥੇ ਪੁਲਿਸ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਵੱਡੀਆਂ ਧਾਰਾਵਾਂ ਲਾਵਾਂਗੇ, ਯੂਪਾ ਦੀ ਧਾਰਾ ਲਾਵਾਂਗੇ। ਕਿ ਯੂਪਾ ਦੀ ਧਾਰਾ ਉਸ ਕੇਸ ਦੇ ਵਿੱਚ ਲੱਗੀ ਸੀ ਜਾਂ ਯੂਪਾ ਲੱਗੀ ਸੀ? ਅੱਗੇ ਉਸ ਦੇ ਵਿੱਚ ਜਿਹੜੀ ਪੈਰਵਾਈ ਹੈ ਯੂਪਾ ਦੇ ਰਿਕਾਰਡਿੰਗ ਹੋਈ ਹੈ? ਸਾਨੂੰ ਪਤਾ ਕਿ ਜੋ ਆਪਾਂ ਪਹਿਲੀ ਵਾਰ ਦੇਖੋ ਉਹਦੇ ਕੋਲ ਕੋਈ ਅਸਲਾ ਫੜਿਆ ਗਿਆ, ਉਹਦੇ ਫਿਰ ਸਟੇਟ ਗਨ ਫੜੀ ਗਈ ਆ, ਬੰਬ ਫੜੇ ਗਏ ਨੇ ਕਿ ਜਾਂ ਉਹਦੇ ਕੋਲ ਕੁਛ ਹੋਰ ਫੜਿਆ ਗਿਆ? ਕੋਈ ਅਸਲਾ ਤਾਂ ਫੜਿਆ ਨਹੀਂ ਗਿਆ। ਜੋ ਆਪਾਂ ਲੱਗਦੀ ਆ ਵੀਰ ਜੀ ਉਹਨਾਂ 'ਤੇ ਜਿਨ੍ਹਾਂ ਕੋਲ ਅਸਲਾ ਹੋਵੇ ਜਾਂ ਕੋਈ ਹੋਰ ਹਥਿਆਰ ਨਿਕਲੇ, ਉਹਦੇ ਕੋਲ ਕੁਛ ਨਹੀਂ ਸੀਗਾ। ਉਸ ਤੋਂ ਬਾਅਦ ਅਸੀਂ ਜਦੋਂ ਦੀ ਤਰੀਕ ਪਤਾ ਕਰਦੇ ਆ, ਉਸ ਤੋਂ ਬਾਅਦ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿੰਦਾ ਕਿ ਉਹਦਾ ਰਿਮਾਂਡ ਚੱਲ ਰਿਹਾ ਅੰਦਰ। ਰਿਮਾਂਡ ਤੋਂ ਬਾਅਦ ਜਦੋਂ ਪੇਸ਼ ਹੁੰਦਾ ਤਾਂ ਘੋੜੇ ਵਾਂਗੂ ਭੱਜਿਆ ਜਾਂਦਾ, ਉਹਨੂੰ ਪੁਲਿਸ ਲੈ ਕੇ ਜਾਂਦੀ ਆ। ਤੇ ਵੀਰ ਜੀ ਤੁਸੀਂ ਇੱਕ ਜਾਇਜ਼ਾ ਕਰਿਓ, ਜਿਹੜੇ ਵੀਰਾਂ ਨੇ ਪੁਲਿਸ ਮੁਲਾਜ਼ਮ ਦਾ ਹੱਥ ਵੱਢਿਆ ਸੀਗਾ, ਉਹ ਵੀਰਾਂ ਦਾ ਵੀ ਤਾਂ ਰਿਮਾਂਡ ਹੋਇਆ ਸੀਗਾ। ਉਹ ਵੀਰਾਂ ਦਾ ਤਾਂ ਉਹ ਹਾਲਤ ਸੀ, ਉਹਨਾਂ ਨੂੰ ਫੜ ਕੇ ਪੁਲਿਸ ਵਾਲੇ ਲੈ ਕੇ ਜਾਂਦੀ। ਸਿਰ ਦੇ ਉੱਪਰ ਪੱਗ ਨਹੀਂ ਸੀਗੀ, ਪੈਰ 'ਚ ਜੁੱਤੀ ਨਹੀਂ ਸੀਗੀ। ਤੇ ਸਾਨੂੰ ਇਹ ਨਹੀਂ ਸਮਝ ਆਈ ਕਿ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਇਹਨਾਂ ਦੇ ਵਕੀਲ ਸਾਹਿਬ ਨੇ ਬਿਆਨ ਦਿੱਤੇ ਨੇ ਕਿ ਉਹਦੀ ਜਿਹੜੀ ਜ਼ਮਾਨਤ ਆ ਉਹ ਹੋ ਚੁੱਕੀ ਆ, ਠੀਕ ਆ। ਜ਼ਮਾਨਤ ਸਾਨੂੰ ਇਹ ਨਹੀਂ ਸਮਝ ਆਈ ਕਿ ਕਿਹੜੇ ਤਰੀਕੇ ਨਾਲ ਹੋ ਗਈ ਉਹਦੀ। ਉਸ ਰਾਤ ਧਰਨਾ ਲੱਗਦਾ, ਉਸ ਰਾਤ ਜਦੋਂ ਸੰਗਤ ਦੇ ਉੱਤੇ ਤਲਖੀ ਹੁੰਦੀ ਆ ਤੇ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਇਹੋ ਜਿਹੀਆਂ ਧਾਰਾਵਾਂ ਲਵਾ ਰਹੇ ਆ ਕਿ ਉਹਦੀ ਸਵਾਹ ਤੱਕ ਬਾਹਰ ਨਹੀਂ ਆਊਗੀ। ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਤਾ ਉਮਰ ਜੇਲ੍ਹ ਦੇ ਵਿੱਚ ਸੜਿਆ ਗਾ, ਪਰ 3 ਮਹੀਨਿਆਂ ਬਾਅਦ ਜ਼ਮਾਨਤ ਹੋ ਜਾਂਦੀ। ਜਦੋਂ ਹਲੇ ਆਇਆ ਨਹੀਂ ਸੀਗਾ, ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ ਕੰਮ ਹੋ ਰਿਹਾ, ਨਹੀਂ ਮੰਨਿਆ ਕੋਈ ਵੀ। ਜਦੋਂ ਬਾਹਰ ਆ ਗਿਆ, ਜਦੋਂ ਕੋਰਟ ਦੇ ਬਿਆਨ, ਇਹਨਾਂ ਨੂੰ ਅੱਧੇ ਲੋਕਾਂ ਨੂੰ ਤਾਂ ਵਿਸ਼ਵਾਸ ਹੋਇਆ ਕਿ ਜਦੋਂ ਕੋਰਟ ਨੇ ਬਿਆਨ, ਆਪਣੇ ਵਕੀਲ ਨੇ ਬਿਆਨ ਦਿੱਤਾ। 3 ਮਹੀਨੇ ਦਾ ਚਲਾਨ ਹੀ ਨਹੀਂ ਪੇਸ਼ ਹੋਇਆ। ਕਿਉਂ ਨਹੀਂ ਚਲਾਨ ਉਹਦਾ ਪੇਸ਼ ਕੀਤਾ ਗਿਆ? ਇੱਕ 751 ਵਾਲਿਆਂ ਦਾ ਚਲਾਨ ਜਦੋਂ ਪੇਸ਼ ਹੋ ਜਾਂਦਾ, ਠੀਕ ਹੈ, ਉਹਦਾ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ? ਉਹਨੂੰ ਪੁੱਛਣ ਵਾਲਾ ਨਹੀਂ ਸੀਗਾ, ਸ਼੍ਰੋਮਣੀ ਕਮੇਟੀ ਪੁੱਛਣ ਵਾਲੀ ਨਹੀਂ ਸੀਗੀ। ਜਿਹੜੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਦੀ ਵੇਟ ਕਰਨੇ, ਕਿਹਦੀ ਆਦੇਸ਼ ਦੀ ਵੇਟ ਕਰ ਰਹੇ ਨੇ? ਉਹ ਕਿਉਂ ਨਹੀਂ ਠੋਕ ਫੈਸਲਾ ਦੇ ਰਹੇ ਕੌਮ ਨੂੰ? ਅਸੀਂ ਜਦ 365 ਸਰੂਪਾਂ ਦਾ ਸਿੱਖ ਸੰਗਤ ਉੱਥੇ ਇਨਸਾਫ ਲੈਣ ਜਾਂਦੀ ਸੀ, ਤਾਂ ਉੱਥੇ ਮੀਡੀਆ ਨਾਲ ਵੀ ਕੁੱਟਮਾਰ ਹੁੰਦੀ ਆ। ਉੱਥੇ ਕਿਸੇ ਦੇ ਪੱਗਾਂ ਲਾ ਦਿੱਤੀਆਂ ਜਾਂਦੀਆਂ, ਕਿਸੇ ਦਸਤਾਰਾਂ ਲੋੜ ਦਿੰਦੇ, ਕਿਸੇ ਦੀ ਲੱਤ ਤੋੜ ਦਿੱਤੀ, ਕਿਸੇ ਦੀ ਬਾਂਹ ਤੋੜ ਦਿੱਤੀ ਜਾਂਦੀ। ਉਹ ਟਾਰਕ ਫੋਰਸ ਰੱਖੀ ਵੀ ਕਿਹਦੇ ਵਾਸਤੇ? ਸਾਡੇ ਵਾਸਤੇ ਰੱਖੀ ਆ। ਇਹ ਗੱਲਾਂ ਵੀ ਉੱਥੇ ਕੀਤੀਆਂ ਜਾਂਦੀਆਂ ਨੇ ਧਰਨੇ ਦੇ ਵਿੱਚ ਕਿ ਜਿਹੜੇ ਪਿੰਡਾਂ ਦੇ ਵਿੱਚ ਕੋਲ ਪ੍ਰਬੰਧ ਕਰਨ ਨੂੰ ਹੈ ਨਹੀਂ ਸਿਸਟਮ ਸਾਰਾ ਸਹੀ, ਜਾਂ ਜਿਹੜੇ ਪਿੰਡ ਗੁਰੂ ਘਰਾਂ ਦੀ ਰਾਖੀ ਦਾ ਪ੍ਰਬੰਧ ਆਪ ਨਹੀਂ ਸਹੀ ਕਰ ਸਕਦੇ, ਉਹਨਾਂ ਪਿੰਡਾਂ ਦੇ ਵਿੱਚ ਗੁਰੂ ਘਰਾਂ ਨੂੰ ਤਾਲੇ ਲਗਾ ਦਿਓ, ਮਹਾਰਾਜ ਦੇ ਸਰੂਪਾਂ ਨੂੰ ਸਤਿਕਾਰ ਸਮੇਤ ਉੱਥੋਂ ਬਾਹਰ ਲਿਆਓ, ਕਿਉਂਕਿ ਉਹ ਲੋਕ ਰਾਖੀ ਕਰਨ ਦੇ ਸਮਰੱਥ ਨਹੀਂ ਹੈਗੇ। ਪਰ ਰਾਖੀ ਤਾਂ ਸਾਡੇ ਤਖਤਾਂ ਤੱਕ ਦੀ ਨਹੀਂ ਹੋ ਰਹੀ ਕਿ ਅਸੀਂ ਤਖਤਾਂ ਨੂੰ ਵੀ ਫਿਰ ਜਿੰਦੇ ਲਾ ਦਈਏ। ਇਹ ਤਾਂ ਹੁਣ ਬੜੀ ਸੋਚਣ ਵਾਲੀ ਗੱਲ ਹੈ ਕਿ ਆਖਰ ਸਿੱਖ ਕੌਮ ਜਾ ਕੇ ਇੱਧਰ ਨੂੰ ਰਹੀ ਹੈ। ਅਸੀਂ ਕਿਹਨੂੰ ਕਹੀਏ? ਸ਼੍ਰੋਮਣੀ ਕਮੇਟੀ ਨੂੰ ਕਹਿ ਸਕਦੇ ਹਾਂ, ਪਰ ਹੁਣ ਜੱਗ ਜ਼ਾਹਰ ਹੋ ਗਿਆ ਕਿ ਸ਼੍ਰੋਮਣੀ ਕਮੇਟੀ ਨਾਕਾਮ ਹੈ। ਇੱਥੇ ਕੋਈ ਵੀ ਗੱਲ ਹੁੰਦੀ ਆ ਉਹ ਕਰੂਗੀ ਤਾਂ ਬੀਬੀ ਜਗੀਰ ਕੌਰ ਕਰੂਗੀ, ਜੋ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ। ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਮੂੰਹ ਨਹੀਂ ਦੇਖੀ ਜਾ ਰਹੇ ਹਾਲੇ ਤੱਕ। ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤੱਕ ਬਿਆਨ ਦਿੱਤਾ ਕਿ ਜਿਹੜੇ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਹੁੰਦੀ ਜਾਂ ਕਿਸੇ ਪੱਗਾਂ ਲਾਈਆਂ ਜਾਂਦੀਆਂ, ਕਿਸੇ ਨੇ ਠੋਸ ਫੈਸਲਾ ਲਿਆ? ਪਤਾ ਆ ਕਿ ਇਹ ਕਿਹੜੀ ਗੱਲ ਕਹਿ ਰਹੇ ਨੇ। ਇਹਨਾਂ ਨੂੰ ਬੀਬੀ ਜਗੀਰ ਕੌਰ ਨੂੰ ਕਿਉਂ ਨਹੀਂ? ਵੀਰ ਜੀ ਤੁਸੀਂ ਵੀ ਨੈੱਟ 'ਤੇ ਫੋਟੋਆਂ ਦੇਖੀਆਂ ਹੋਣੀਆਂ, ਉਹ ਕਿਉਂ ਨਹੀਂ ਫੋਟੋਆਂ ਦੇ ਨਾਲ ਬੀਬੀ ਜਗੀਰ ਕੌਰ ਨੂੰ ਤਲਬ ਕਰ ਰਹੇ? ਕਰਨ ਫਿਰ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ, ਉਸ ਬੇਅਦਬੀ ਦੀ ਘਟਨਾ ਦੇ ਇਨਸਾਫ ਦੇ ਵਜੋਂ
ਫਤਿਹਗੜ੍ਹ ਸਾਹਿਬ ਦੀਆਂ ਕਚਹਿਰੀਆਂ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਧਰਨਾ ਵੀ ਲਗਾਇਆ ਜਾਂਦਾ। ਉਸ ਧਰਨੇ ਦੇ ਨਾਲ ਕੀ ਆਊਟਪੁੱਟ ਨਿਕਲਦੀ ਹੈ, ਕੀ ਅਸਰ ਪੈਂਦਾ ਇਸ? ਉਹ ਕਹਾਵਤ ਵੀ ਚੋਰਾਂ ਨਾਲ ਕੁੱਤੀ ਰਲੀ ਹੋਈ ਆ। ਇਹਦਾ ਇੱਕ ਵੋਟਾਂ ਦਾ ਟਾਈਮ ਤੇ ਹੁਣ ਕਿੱਥੇ ਗਿਆ ਧਰਨਾ? ਹੁਣ ਕਿਉਂ ਨਹੀਂ ਬੋਲ ਰਹੇ? ਜਿਹਨੇ ਆਪਣੇ ਸਰੂਪਾਂ ਦਾ ਜਵਾਬ ਨਹੀਂ ਦਿੱਤਾ ਹਲੇ ਕਿ ਸਾਡੇ ਪ੍ਰਬੰਧ ਦੇ ਵਿੱਚੋਂ ਸਰੂਪ ਗਏ ਕਿੱਥੇ, ਕਿ ਜਿਹੜੇ ਬਾਦਲ ਦੱਲੇ ਨੇ, ਬਾਦਲ ਦੇ ਚਮਚੇ ਨੇ, ਉਹ ਆਪਣੀਆਂ ਪਟਾਰੀਆਂ ਵਿੱਚੇ ਰਹਿਣ। ਬਕਾਇਦਾ ਉਹਨਾਂ ਦਾ ਪੀਏ ਗਿਆ ਸੀ, ਮੈਂ ਮੂੰਹ ਤੇ ਕਹਿਣਾ ਗੁਰਦੀਪ ਸਿੰਘ ਨੌਲਖਾ ਜੀ, ਉਹ ਵੀ ਗਏ ਸੀਗੇ, ਉਹਨਾਂ ਨਾਲ ਮੇਰੀ ਤਲਖੀ ਹੋਈ ਸੀਗੀ। ਮੈਂ ਇਹ ਗੱਲ ਦਾ ਸਵਾਲ, ਮੈਂ ਕਿ 295 ਤੁਸੀਂ ਬਾਰ-ਬਾਰ ਲਵਾਈ ਜਾਂਦੇ ਹੋ, ਸਾਨੂੰ ਹੁਣ ਤੱਕ ਦੱਸ ਦਿਓ 295 ਦਾ ਬੈਨੀਫਿਟ ਕੀ ਹੋਇਆ ਸਾਨੂੰ? 3 ਮਹੀਨੇ ਬਾਅਦ ਤਾਂ ਦੋਸ਼ੀ ਬਾਹਰ ਆ ਜਾਂਦੇ ਨੇ। ਵਿੱਚ ਸੁਖਬੀਰ ਨੂੰ, ਵਿੱਚ ਇਹਨਾਂ ਦੇ ਟੋਲੇ ਨੂੰ, ਜਿਹੜੇ ਇਹਨਾਂ ਦੇ ਵਿੱਚ ਇਹਨਾਂ ਦੇ ਨਾਂ ਨੇ, ਇਹਨਾਂ ਦੇ ਰਿਮਾਂਡ ਲੈਣਾ ਚਾਹੀਦਾ। ਇਹ ਸਾਰੇ ਦੱਸਣਗੇ ਕਿ ਸਰੂਪ ਕਿੱਥੇ ਨੇ। ਸ਼੍ਰੋਮਣੀ ਕਮੇਟੀ ਦੀ ਚੋਣਾਂ ਕਿਉਂ ਨਹੀਂ ਹੋਣ ਦਿੰਦੇ? ਡਰ ਆ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਹੱਥੋਂ ਜਿਹੜਾ ਪੈਸਾ ਗੋਲਕਾਂ ਜਿਹੜੇ ਵਰਤਦੇ ਨੇ ਆਪਣੀ ਰੈਲੀਆਂ ਦੇ ਵਿੱਚ, ਉਹ ਖੋਇਆ ਜਾਣਾ। ਤੁਸੀਂ ਦੇਖ ਰਹੇ ਹੋ KTV UK, ਮੈਂ ਅਮਨਦੀਪ ਸਿੰਘ। ਅੱਜ ਤੋਂ ਲਗਭਗ 11 ਮਹੀਨੇ ਪਹਿਲਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦੋ ਪਿੰਡਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ। ਪਿੰਡ ਲਾਲਪੁਰ ਤੂਰਾਂ ਅਤੇ ਪਿੰਡ ਤਰਖਾਣ ਮਾਜਰਾ। ਜਿਸ ਦਿਨ ਪਿੰਡ ਤਰਖਾਣ ਮਾਜਰਾ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ, ਉਸੇ ਦਿਨ ਉਹੀ ਸ਼ਰਾਰਤੀ ਅਨਸਰ ਦੇ ਵੱਲੋਂ ਪਿੰਡ ਜ਼ਿਲ੍ਹੇ ਦੇ ਵਿੱਚ ਵੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪਰ ਦੋਸ਼ੀ ਫੜੇ ਜਾਂਦੇ ਨੇ, UAP ਦੀਆਂ ਧਾਰਾਵਾਂ ਲਾਉਣ ਦੀ ਗੱਲ ਆਖੀ ਜਾਂਦੀ ਹੈ। ਪ੍ਰਸ਼ਾਸਨ ਵਿਸ਼ਵਾਸ ਦਿਵਾਉਂਦਾ ਹੈ ਕਿ ਸਖਤ ਕਾਰਵਾਈਆਂ ਕੀਤੀਆਂ ਜਾਣਗੀਆਂ, ਪਰ ਦੋਨੇ ਕੇਸਾਂ ਦੇ ਵਿੱਚ ਦੋਸ਼ੀ ਜ਼ਮਾਨਤ ਉੱਤੇ ਬਾਹਰ ਆ ਜਾਂਦੇ ਨੇ। ਉਹ ਪੂਰੇ ਕੇਸ ਕੀ ਸੀ, ਉਹ ਮਸਲੇ ਹੁਣ ਕਿੰਨੀ ਕੁ ਗੰਭੀਰਤਾ ਦੇ ਨਾਲ ਚੱਕੇ ਗਏ ਨੇ, ਉਹਨਾਂ ਮਸਲਿਆਂ ਦੀ ਪੈਰਵਾਈ ਕਿੰਨੀ ਕੁ ਗੰਭੀਰਤਾ ਦੇ ਨਾਲ ਸਿੱਖ ਸੰਗਤ ਨੇ ਕੀਤੀ ਹੈ, ਜਾਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਬੀੜਾ ਚੱਕਿਆ ਗੁਰੂ ਘਰਾਂ ਦੀ ਸਾਂਭ ਸੰਭਾਲ ਦਾ, ਉਹ ਜਿਹੜੀ ਪੈਰਵਾਈ ਇਹਨਾਂ ਕੇਸਾਂ ਦੇ ਵਿੱਚ ਉਹ ਕਿੰਨੀ ਕੁ ਸ਼ਿੱਦਤ ਦੇ ਨਾਲ ਉਹ ਕਰ ਰਹੇ ਨੇ। ਇਹ ਸਾਰੇ ਕੇਸ ਦੇ ਉੱਤੇ ਇੱਕ ਵਾਰ ਗੱਲ ਇਹਨਾਂ ਉੱਤੇ ਗੱਲਬਾਤ ਕਰਾਂਗੇ ਕਿ ਉਹ ਜਿਹੜੇ ਫਤਿਹਗੜ੍ਹ ਸਾਹਿਬ ਦੇ ਕੇਸ ਸੀ ਉਹਨਾਂ ਦਾ ਕੀ ਬਣਿਆ। ਇਸ ਦਾ ਮੁੱਖ ਮਕਸਦ ਇਹੀ ਹੈ ਕਿ ਸਿੱਖ ਸੰਗਤ ਦੇ ਸਾਹਮਣੇ ਉਹ ਸੱਚਾਈਆਂ ਨੂੰ ਲੈ ਕੇ ਆਉਣਾ ਕਿ ਬੇਅਦਬੀਆਂ ਹੁੰਦੀਆਂ ਨੇ, ਬਾਅਦ ਦੇ ਵਿੱਚ ਫਾਈਲਾਂ ਬਾਕੀ ਫਾਈਲਾਂ ਦੇ ਵਾਂਗ ਧੂੜ ਦੇ ਵਿੱਚ ਪਈਆਂ ਰਹਿ ਜਾਂਦੀਆਂ ਨੇ। ਨਾ ਤਾਂ ਇਨਸਾਫ ਮਿਲਦਾ, ਨਾ ਦੋਸ਼ੀਆਂ ਦੇ ਉੱਤੇ ਕੋਈ ਕਾਰਵਾਈਆਂ ਹੁੰਦੀਆਂ ਨੇ। ਵੱਡੀ ਗੱਲ ਕਿ ਦੋਸ਼ੀਆਂ ਨੂੰ ਪਾਗਲ ਕਰਾਰ ਕਹਿ ਕੇ ਜਾਂ ਮਾਨਸਿਕ ਰੋਗੀ ਕਹਿ ਕੇ ਪੱਲਾ ਝਾੜ ਦਿਆ ਜਾਂਦਾ ਹੈ। ਸਾਡੇ ਨਾਲ ਇੱਕ ਸਿੰਘ ਸਾਹਿਬ ਮੌਜੂਦ ਨੇ ਜੋ ਇਹਨਾਂ ਦੋਨੇ ਕੇਸਾਂ ਦੇ ਵਿੱਚ ਉਹਨਾਂ ਨੇ ਪੈਰਵਾਈਆਂ ਕੀਤੀਆਂ ਨੇ ਜਾਂ ਕਾਫੀ ਨਜ਼ਦੀਕ ਤੋਂ ਇਹਨਾਂ ਕੇਸਾਂ ਨੂੰ ਦੇਖਿਆ ਆ, ਬੜੀ ਭਰਪੂਰ ਜਾਣਕਾਰੀ ਇਹਨਾਂ ਕੇਸਾਂ ਦੇ ਬਾਰੇ ਰੱਖਦੇ ਨੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸਿੰਘ ਸਾਹਿਬ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਿੰਘ ਸਾਹਿਬ ਕੀ ਨਾਮ ਹੈ ਤੁਹਾਡਾ? ਹਰਕਮਲ ਸਿੰਘ ਜੀ। ਫਤਿਹਗੜ੍ਹ ਸਾਹਿਬ ਦੇ ਵਾਸੀ ਹੋ ਜੀ? ਤਾਂ ਸਿੰਘ ਸਾਹਿਬ ਅੱਜ ਤੋਂ 11 ਮਹੀਨੇ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਵਾਪਰਦੀਆਂ ਨੇ ਦੋ ਪਿੰਡਾਂ ਦੇ ਵਿੱਚ। ਤਾਂ ਇੱਕ ਲਾੜਪੁਰ ਤੂਰਾਂ ਦੇ ਵਿੱਚ, ਦੂਜੀ ਤਰਖਾਣ ਮਾਜਰੇ ਦੇ ਵਿੱਚ। ਲਾੜਪੁਰ ਤੂਰਾਂ ਦੇ ਵਿੱਚ ਦੋਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਉੱਤੇ ਆ ਕੇ ਬੈਠ ਜਾਂਦਾ ਹੈ। ਤਰਖਾਣ ਮਾਜਰੇ ਤੋਂ ਪਹਿਲਾਂ ਜੱਲੇ ਬੇਅਦਬੀ ਕਰਕੇ ਫਿਰ ਤਰਖਾਣ ਮਾਜਰੇ ਇੱਕ ਹੋਰ ਦੋਸ਼ੀ ਹੈ ਜਿਹਦਾ ਨਾਮ ਸਹਿਜਪ੍ਰੀਤ ਸਿੰਘ ਦੱਸਿਆ ਜਾਂਦਾ ਮੈਨੂੰ ਲੱਗਦਾ, ਤੇ ਉਹ ਇੱਕ ਬੇਅਦਬੀਆਂ ਜਿਹੜੀਆਂ ਕਰਦਾ ਨੇ। ਮੈਂ ਨਾਮ ਉਹਦਾ ਦੁਬਾਰਾ ਦੱਸ ਦਿੰਦਾ ਕਿ ਉਸ ਦੋਸ਼ੀ ਦਾ ਜਿਹੜਾ ਨਾਮ ਆ ਉਹ ਕਿਹੜਾ ਪਿੰਡ ਆ ਉਸਦਾ ਜਿਹਨੇ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਬੇਅਦਬੀ ਹੈ ਉਹ ਕੀਤੀ ਸੀ ਜੀ। ਤਾਂ ਪਿੰਡ ਬਿਰੜਵਾਲ ਦਾ ਸਹਿਜਪ੍ਰੀਤ ਸਿੰਘ ਜਿਹੜਾ ਦੋ ਪਿੰਡਾਂ ਦੇ ਵਿੱਚ ਬੇਅਦਬੀ ਕਰਦਾ ਤੇ ਜਿਸ ਦਾ ਲਿੰਕ ਡੇਰੇ ਸੱਚੇ ਸੌਦੇ ਸਾਧ ਦੇ ਨਾਲ ਜੋੜਿਆ ਜਾਂਦਾ ਹੈ। ਤਾਂ ਸਿੰਘ ਸਾਹਿਬ ਇਹਨਾਂ ਦੋਨੇ ਕੇਸਾਂ ਦੇ ਵਿੱਚ ਇਹ ਘਟਨਾਵਾਂ ਕੀ ਸੀ ਤੇ ਧਾਰਾਂ ਕਿਹੜੀਆਂ ਲੱਗੀਆਂ, ਦੋਸ਼ੀ ਕੀ ਬਾਹਰ ਆ ਗਏ? ਦੇਖੋ ਜੀ, ਪਹਿਲੀ ਗੱਲ ਤਾਂ ਜਿਹੜੀ ਤੂਰਾਂ ਦੇ ਵਿੱਚ ਬੇਅਦਬੀ ਹੋਈ ਆ, ਸਾਨੂੰ ਸਹੀ ਕਾਲ 4:30 5 ਵਜੇ ਆਉਂਦੀ ਆ ਕਿ ਉੱਥੇ ਬੇਅਦਬੀ ਹੋ ਗਈ। ਦੋਸ਼ੀ ਆ ਜਿਹੜਾ ਪਿੰਡ ਦਾ ਹੀ ਆ, ਤੂਰਾਂ ਪਿੰਡ ਦਾ ਹੀ ਆ, ਉਹ ਟੇਲਰ ਦਾ ਕੰਮ ਕਰਦਾ ਵਾ ਤੇ ਚੰਗਾ ਭਲਾ ਆ, ਘਰ ਵਧੀਆ ਪਾਇਆ ਪਿਆ, ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਆ ਕੇ ਜਦੋਂ ਗ੍ਰੰਥ ਸਿੰਘ ਦੇਗ ਬਣਾਉਂਦਾ ਆ ਤੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਆ ਕੇ ਉਹਦੇ ਦਰਵਾਜ਼ੇ ਲਾ ਕੇ ਉੱਪਰ ਬਹਿ ਜਾਂਦਾ ਆ। ਤੇ ਉਸ ਤੋਂ ਬਾਅਦ ਪੁਲਿਸ ਆਉਂਦੀ ਆ, ਪੁਲਿਸ ਨੂੰ ਫੋਨ ਕਰਦੇ, ਪਿੰਡ ਦੀ ਸੰਗਤ ਇਕੱਠੀ ਹੁੰਦੀ ਆ, ਸਾਨੂੰ ਗੱਲਾਂ ਆਉਂਦੀਆਂ ਨੇ ਤੇ ਅਸੀਂ ਜਦੋਂ ਪਹੁੰਚਦੇ ਆ ਉਸ ਤੋਂ ਪਹਿਲਾਂ ਹੀ ਪੁਲਿਸ ਜਿਹੜੀ ਆ ਉਹਨੂੰ ਥਾਣੇ ਦੇ ਵਿੱਚ ਲੈ ਜਾਂਦੀ ਆ ਆਪਣੇ ਕਬਜ਼ੇ ਦੇ ਕਰ। ਉਸ ਤੋਂ ਬਾਅਦ ਜੀ ਜਦੋਜਹਿਦ ਕਰਨ ਨਾਲ 295 ਏ ਲੱਗਦੀ ਆ। 295 ਏ ਲੱਗਣ ਤੋਂ ਬਾਅਦ ਜੀ ਇਹ ਕਹਿੰਦੇ ਜੀ ਕਿ ਜ਼ਮਾਨਤ ਨਹੀਂ ਹੋਣੀ, ਇਹਦੀ ਪਤਾ ਨਹੀਂ 7 ਸਾਲ ਪਤਾ ਨਹੀਂ 8 ਸਾਲ ਜ਼ਮਾਨਤ ਨਹੀਂ ਹੈਗੀ ਜੀ। ਚਲੋ ਹੋ ਗਈ। ਉਸ ਤੋਂ ਬਾਅਦ ਬੇਅਦਬੀ ਹੁੰਦੀ ਹੈ ਜੀ ਤੁਹਾਡੇ ਜੱਲੇ ਪਿੰਡ ਦੇ ਵਿੱਚ, ਜਿਹੜਾ ਤੁਸੀਂ ਦੱਸਿਆ ਕਿ ਇਹ ਬਿੜਰਵਾਲ ਦਾ ਜਿਹੜਾ ਬੰਦਾ ਆ, ਠੀਕ ਆ, ਜਿਹੜਾ ਤੁਸੀਂ ਸਹਿਜਪ੍ਰੀਤ ਸਿੰਘ, ਅਸੀਂ ਤਾਂ ਸਿੰਘ ਉਹਨੂੰ ਕਹਿ ਹੀ ਨਹੀਂ ਸਕਦੇ, ਨਾ ਕਹਿਣਾ ਵਾ, ਕਿਉਂ ਕਿ ਜਿਹਨੂੰ ਆਪਣੇ ਪਿਓ ਦੇ ਨਹੀਂ ਤਾਂ ਉਹ ਕਿਸੇ ਨੂੰ ਸਿੰਘ ਕਹਾਉਣ ਦੇ ਲਾਇਕ ਵੀ ਨਹੀਂ ਹੈਗਾ। ਤੇ ਉਹ ਆਉਂਦਾ, ਉਹਨੂੰ ਸਾਡੇ ਪਹਿਲਾਂ ਤਾਂ ਬੇਅਦਬੀ ਕਰਦਾ ਉਹ ਜੱਲੇ ਦੇ ਵਿੱਚ, ਠੀਕ ਆ। ਜੱਲੇ ਦੇ ਵਿੱਚ ਗ੍ਰੰਥੀ ਸਿੰਘ ਦੇ ਦੱਸਣ ਮੁਤਾਬਕ ਕਿ ਮੈਂ
ਇੱਧਰ ਆਇਆ ਵਾ ਸੀਗਾ ਸਰਹੰਦ ਸ਼ਹਿਰ ਦੇ ਵਿੱਚ, ਤੇ ਗੁਰੂ ਘਰ ਜਿਹੜਾ ਸੀਗਾ ਉਹ ਖੁੱਲ੍ਹਾ ਸੀਗਾ, ਤੇ ਉੱਥੇ ਉਹ ਵੜ ਕੇ ਉਹਨੇ ਬੇਅਦਬੀ ਕੀਤੀ। ਉਹਨੇ ਕਿਸੇ ਨੂੰ ਨਹੀਂ ਪਤਾ ਲੱਗਿਆ। ਜਿਹੜੀ ਮੀਡੀਆ ਦਾ ਰਿਕਾਰਡ ਆ, ਜਿਹੜੇ ਮੀਡੀਆ ਦੇ ਵਿੱਚ ਉਹਨੇ ਬਿਆਨ ਦਿੱਤੇ ਹੋਏ ਨੇ ਕਿ ਕਿਸੇ ਨੂੰ ਨਹੀਂ ਪਤਾ। ਜਦੋਂ ਕਹਿੰਦਾ ਮੈਂ ਉਰੇ ਬੇਅਦਬੀ ਹੋ ਦੇਖੀ ਤਾਂ ਮੈਂ ਭੱਜ ਲਿਆ ਆਪਣੇ ਪਿੰਡ ਨੂੰ ਗਿਆ। ਉਹ ਜਦੋਂ ਪਿੰਡ ਜਾ ਕੇ ਦੇਖਿਆ ਉਹਨੇ ਤਾਂ ਉੱਥੇ ਵੀ ਹੋਈ ਵੀ। ਠੀਕ ਆ ਜੀ। ਦੂਸਰੀ ਬੇਅਦਬੀ ਹੁੰਦੀ ਹੈ ਜੀ ਤਰਖਾਣ ਮਾਜਰੇ ਬੇਅਦਬੀ ਹੁੰਦੀ ਆ। ਉਹ ਬੰਦਾ ਆਉਂਦਾ, ਗ੍ਰੰਥੀ ਸਿੰਘ ਤੋਂ ਦਰਵਾਜ਼ਾ ਖਲਾਉਂਦਾ, ਨਮਸਕਾਰ ਕਰਨ ਦੇ ਬਹਾਨੇ ਅੰਦਰ ਵੜ ਜਾਂਦਾ। ਗ੍ਰੰਥੀ ਸਿੰਘ ਉਹਨੂੰ ਢਾਹ ਵੀ ਲੈਂਦੇ ਨੇ, ਉਹਦਾ ਬੇਟਾ ਭੱਜ ਕੇ, ਕੁੱਟਮਾਰ ਵੀ ਹੁੰਦੀ ਹੈ ਉੱਥੇ। ਕੁੱਟਮਾਰ ਜਦੋਂ ਹੋਣ ਤੋਂ ਬਾਅਦ ਉਹਨੂੰ ਪੁਲਿਸ ਆਪਣੇ ਕਬਜ਼ੇ 'ਚ ਲੈ ਲੈਂਦੀ ਹੈ, ਤੇ ਕਬਜ਼ੇ 'ਤੇ ਲੈਣ ਤੋਂ ਬਾਅਦ 11, 11:30 ਪੌਣੇ 12 ਦੇ ਕਰੀਬ ਦਿੱਲੀ ਹਾਈਵੇ ਜਾਮ ਕਰ ਦਿੱਤਾ ਜਾਂਦਾ ਪਿੰਡ ਦੀ ਸੰਗਤ ਵੱਲੋਂ। ਕਿਉਂ? ਦੱਸਣ ਮੁਤਾਬਕ ਕਿ 2001 ਦੇ ਵਿੱਚ, ਮੇਰੇ ਖਿਆਲ 1 ਪਤਾ ਨਹੀਂ 2 ਦੇ ਵਿੱਚ ਪਹਿਲਾਂ ਵੀ ਉਰੇ ਬੇਅਦਬੀ ਹੋਈ ਆ ਤਰਖਾਣ ਮਾਜਰੇ ਦੇ ਵਿੱਚ, ਤੇ ਉਸ ਤੋਂ ਪੁਲਿਸ ਨੇ ਨਜਾਇਜ਼, ਜਿਹੜੇ ਦੱਸਣ ਮੁਤਾਬਕ ਪਿੰਡ ਵਾਲਿਆਂ ਦੇ, ਕਿ ਨਜਾਇਜ਼ ਪੁਲਿਸ ਨੇ ਚੱਕ ਕੇ ਬੰਦੇ ਕੁੱਟੇ ਨੇ। ਉਹ ਬੰਦੇ ਤੁਰ ਨਹੀਂ ਸਕਦੇ, ਉਹ ਹੁਣ ਵੀ ਮੰਜੇ ਦੇ ਵਿਚਾਰੇ ਅੱਧ ਵਿਚਾਲਾ ਜਿਹਾ ਪਏ ਨੇ। ਕਿ ਇਹੋ ਜਿਹੀ ਘਟਨਾ ਤੋਂ ਡਰਦੇ ਉਹ ਬੰਦਿਆਂ ਨੇ ਪੁਲਿਸ ਨੂੰ ਸੱਦਿਆ ਜਦੋਂ। ਤਾਂ ਇਹ ਬੰਦਾ ਜਿਹੜਾ ਆ, ਇਹ ਦੇਖੋ ਤੁਹਾਨੂੰ ਕੀ ਦੇ ਦਿੱਤਾ ਗਿਆ, ਸਾਨੂੰ ਕੀ ਕਿਹਾ ਗਿਆ ਕਿ ਇਹ ਪਾਗਲ ਹੋ ਗਿਆ। ਪਾਗਲ ਸੀਗਾ। ਪਾਗਲ ਬੰਦਾ ਤਾਂ ਗੱਡੀ ਚਲਾ ਨਹੀਂ ਸਕਦਾ। ਉਹਦਾ ਰਾਹ ਦੇ ਵਿੱਚ ਪਤਾ ਨਹੀਂ ਕਿੰਨੇ ਨੂੰ ਚੱਲਦਾ ਆਇਆ ਹੋਣਾ, ਕੋਈ ਸਾਹਮਣੇ ਨਹੀਂ ਆਈ ਗੱਲ। ਉਹ ਆਪਣੇ ਘਰੇ ਰਿਹਾ, ਉਹ ਆਪਣੇ ਘਰੇ ਕੋਈ ਉਹਨੂੰ ਨੁਕਸਾਨ ਕਰਿਆ। ਉਹਦੀ ਮਾਂ ਕਹਿ ਰਹੀ ਹੈ ਕਿ ਇਹ ਕਿਸਾਨੀ ਸੰਘਰਸ਼ ਦੇ ਵਿੱਚ ਗਿਆ ਸੀਗਾ, ਤੇ ਮੈਂਟਲੀ ਐਪਸੈਟ ਹੁੰਦੀ, ਉੱਥੇ ਬਹੁਤ ਕੁਝ ਕਰ ਸਕਦਾ ਸੀਗਾ। ਉਹ ਉੱਥੇ ਕਿਸੇ ਵੀ ਕੁਝ ਨਹੀਂ ਕਰਿਆ। ਫਿਰ ਉਹ ਕਿਸੇ ਮੰਦਿਰ 'ਚ ਵੀ ਜਾ ਸਕਦਾ ਸੀਗਾ, ਕਿਸੇ ਮਸਜਿਦ 'ਤੇ ਵੀ ਜਾ ਸਕਦਾ ਸੀਗਾ, ਕਿਸੇ ਚਰਚ 'ਚ ਵੀ ਜਾ ਸਕਦਾ, ਕਿਤੇ ਵੀ ਨਹੀਂ ਗਿਆ। ਉਹਨੂੰ ਗੁਰੂ ਘਰ ਹੀ ਕਿਉਂ ਦਿਖਿਆ? ਗੁਰੂ ਘਰ ਕਿਉਂ ਦਿਖਿਆ ਇਹਨਾਂ ਨੂੰ? ਇਹ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬਣਾਈਆਂ ਘੜੀਆਂ ਪਈਆਂ, ਇਹ ਡੇਰਾ ਪੈਰੋਕਾਰ ਦੇ ਚੇਲੇ ਨੇ। ਉਸਦੇ ਮਗਰ ਕੈਪਟਨ ਸਰਕਾਰ ਤੇ ਬਾਦਲ ਸਰਕਾਰ ਆ। ਠੀਕ ਆ। ਬਾਦਲ ਸਰਕਾਰ ਦੇ ਵਿੱਚੋਂ ਬੀਬੀ ਜਗੀਰ ਕੌਰ ਸ਼੍ਰੋਮਣੀ ਕਮੇਟੀ ਦੀ ਮੈਂਬਰ ਪ੍ਰਧਾਨ ਬਣੀ ਆ। ਉਸ ਤੋਂ ਪਹਿਲਾਂ ਗੋਬਿੰਦ ਸਿੰਘ ਲੌਂਗੋਵਾਲ ਜੀ ਸੀਗੇ। ਗੋਬਿੰਦ ਸਿੰਘ ਲੌਂਗੋਵਾਲ ਜੀ ਦੇ ਜਦੋਂ ਘਰੇ ਮੂਹਰੇ ਧਰਨਾ ਲੱਗਿਆ 365 ਸਰੂਪਾਂ ਦੇ ਦੋਸ਼ਾਂ ਦੇ ਵਿੱਚ, ਤਾਂ ਇਹਨਾਂ ਨੇ ਪੱਲਾ ਛੱਡ ਕੇ ਚੁੱਪ ਚਪੀਤੇ ਕਿਸੇ ਤੋਂ ਪੁੱਛਿਆ, ਇਹਨਾਂ ਨੇ ਚੱਕ ਕੇ ਬੀਬੀ ਜਗੀਰ ਕੌਰ ਲਾਤੀ। ਠੀਕ ਆ। ਕਿਸੇ ਦਾ ਯਾਰ ਟੈਕ ਨਹੀਂ ਦੇਖਦੇ ਕੀ ਹੈ ਪਿੱਛੋਂ, ਕੀ ਹੈ ਕੀ ਨਹੀਂ। ਯਾਰ ਸਿਆਸਤ ਕਰਨੀ ਆਪਣੇ ਘਰਾਂ ਕਰੋ। ਸਿਆਸਤ ਦੇ ਵਿੱਚ ਗੁਰੂ ਘਰ ਦਾ ਕੋਈ ਗੁਰਧਾਮ ਦਾ ਤਾਂ ਉਹ ਨਹੀਂ ਰੋਲ ਨਹੀਂ ਹੈਗਾ। ਗੁਰੂ ਧਾਮਾਂ ਦੀ ਬੇਅਦਬੀ ਕਿਉਂ ਹੋ ਰਹੀ ਆ? ਜਦ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਫੈਸਲਾ ਚੱਕ ਰਹੀ? ਉਸ ਦੇ ਵਿੱਚ ਅਸੀਂ ਜੱਦੋ ਜਹਿਦ ਕਰਕੇ, ਜਦੋਂ 12 ਵਜੇ ਤੋਂ ਲੈ ਕੇ ਸਾਡਾ ਜੀ 9 ਵਜੇ ਤੱਕ ਰਾਤ ਨੂੰ ਧਰਨਾ ਚੱਲਿਆ, ਜਿਸ ਦੇ ਵਿੱਚ ਗਿਆਨੀ ਹਰਪਾਲ ਸਿੰਘ ਜੀ, ਹੈਡ ਗ੍ਰੰਥੀ ਸ੍ਰੀ ਫਤਿਹਗੜ੍ਹ ਸਾਹਿਬ, ਤੇ ਇਹਨਾਂ ਦੇ ਕੁਛ ਕੁ ਮੈਂਬਰ ਹੋਰ ਸੀਗੇ, ਕਰਨੈਲ ਸਿੰਘ ਜੀ ਪੰਜੋਲੀ ਸਾਹਿਬ ਨੇ ਜਿਹੜੇ, ਤੇ ਦੀਦਾਰ ਸਿੰਘ ਜੀ ਭੁੱਟਾ, ਤੇ ਜਿਹੜੇ ਹੋਰ ਵੀ ਨੇ, ਮੈਂ ਕਈ ਵੀਰਾਂ ਦੇ ਨਾਮ ਵਿਸਰ ਗਏ ਮੇਰੇ ਦਿਮਾਗ ਦੇ ਵਿੱਚ। ਤੇ ਇਹਨਾਂ ਬੰਦਿਆਂ ਨੂੰ ਦਿਖਾਇਆ ਗਿਆ, ਉਹ ਬੰਦਾ ਰੱਬ ਜਾਣੇ ਦਿਖਾਇਆ ਨਹੀਂ ਦਿਖਾਇਆ, ਇਹਨਾਂ ਦੇ ਕਹਿਣ ਦਾ ਮੁਤਾਬਕ ਆ ਕਿ ਪੁਲਿਸ ਨੇ ਦਿਖਾਇਆ। ਗਿਆਨੀ ਹਰਪਾਲ ਸਿੰਘ ਮਿਲ ਕੇ ਆਏ ਨੇ, ਉਹਨਾਂ ਦੇ ਰਿਕਾਰਡ ਬਿਆਨ ਨੇ, ਜਿਹਦੇ ਵਿੱਚ ਉਹ ਇਹ ਗੱਲ ਕਹਿ ਰਹੇ ਨੇ ਕਿ ਮੈਂ ਉਹਨਾਂ ਨੂੰ ਧਮਕੀ ਵੀ ਦੇ ਕੇ ਆਇਆ ਕਿ ਸਿੱਖ ਨੇ ਦੀ ਨਹੀਂ ਛੱਡੀ, ਤੈਨੂੰ ਕਿੱਥੋਂ ਛੱਡ ਦੇਣਗੇ। ਤੇ ਮੈਂ ਇੱਕ ਗੱਲ ਬੜੇ ਦੁੱਖ ਦੀ ਨਾਲ ਕਹਿਣਾ ਚਾਹੁੰਦਾ ਕਿ ਗਿਆਨੀ ਹਰਪਾਲ ਸਿੰਘ ਜੀ ਨੇ ਉਹ ਗੱਲ ਤਾਂ ਕਹਿਤੀ, ਯਾਰ ਹੱਥ 'ਚ ਤੇਗ ਤਾਂ ਤੁਸੀਂ ਵੀ 24 ਘੰਟੇ ਫੜ ਕੇ ਰੱਖਦੇ ਹੋ। ਉਹ ਇੱਕ ਸੰਗਤ ਨਹੀਂ ਪ੍ਰਭਾਵ ਪਾਉਣ ਲਈ ਆ ਕਿ ਉਹ ਜਿਹੇ ਜਿਹੇ ਬੇਅਦਬੀ ਵਾਲੇ ਦੋਸ਼ੀ ਨੇ ਉਹਨਾਂ ਲਈ ਵੀ। ਜੇ ਸਿੱਖ ਨੌਜਵਾਨ ਨੇ ਕੁਛ ਕੀਤਾ ਹੁੰਦਾ ਤਾਂ ਉਹਦੇ ਚੱਡੇ ਪਾੜ ਦਿੱਤੇ ਜਾਂਦੇ ਨੇ, ਉਹਨਾਂ ਨਾਲ ਨਰੇਲੈਕੀ ਕੀਤੀ ਜਾਂਦੀ ਆ। ਕਦੇ ਮੈਂ ਦੱਸ ਵੀ ਨਹੀਂ ਸਕਦਾ ਕਿ ਉਹਨਾਂ ਨਾਲ ਕੀ ਬੀਤਦੀ ਆ। ਠੀਕ ਆ। ਤੇ ਉਹ ਬੰਦਿਆਂ ਨਾਲ ਕਿਉਂ ਨਹੀਂ ਬੀਤਦੀ? ਗਿਆਨੀ ਹਰਪਾਲ ਸਿੰਘ ਜੀ ਨੂੰ ਮੈਂ ਪਹਿਲਾਂ ਵੀ ਅਪੀਲ ਕਰ ਚੁੱਕਿਆ ਕਿ ਕੋਈ ਉਸ ਦਿਨ ਵੀ ਮੈਂ ਇਹੀ ਗੱਲ ਕਹੀ ਕਿ ਤੁਸੀਂ ਕੋਈ ਠੋਸ ਫੈਸਲਾ ਚੱਕੋ। ਕਿਉਂ ਨਹੀਂ ਚੱਕ ਰਹੇ? ਕੀ ਕਾਰਨ ਹੈ ਜੀ ਦੱਸੋ? ਪੁੱਛੋ ਹੀ ਨਾ ਤੂੰ ਕੀ ਕਾਰਨ ਕੀ ਆ। ਗੱਲ ਇੱਕ ਕਹੀ ਗਈ ਸੀ ਕਿ ਯੂਪਾ ਲਾਈ ਜਾਵੇ। ਜਿਹੜੀ ਸੰਗਤ ਨੇ ਬਾਹਰ ਧਰਨਾ ਲਗਾਇਆ, ਉਹਨਾਂ ਦੇ ਵਿੱਚ ਵੀ ਬਥੇਰੇ ਲੋਕ ਯੂਪਾ ਦੀ ਮੰਗ ਕਰਦੇ ਸੀ। ਕਈ ਸਿੱਖ ਪ੍ਰਚਾਰਕ ਵੀ ਉੱਥੇ ਪਹੁੰਚੇ ਹੋਏ ਸੀ। ਤਾਂ ਉੱਥੇ ਪੁਲਿਸ ਨੇ ਇਹ ਵਿਸ਼ਵਾਸ ਦਿਵਾਇਆ ਸੀ ਕਿ ਵੱਡੀਆਂ ਧਾਰਾਵਾਂ ਲਾਵਾਂਗੇ, ਯੂਪਾ ਦੀ ਧਾਰਾ ਲਾਵਾਂਗੇ। ਕਿ ਯੂਪਾ ਦੀ ਧਾਰਾ ਉਸ ਕੇਸ ਦੇ ਵਿੱਚ ਲੱਗੀ ਸੀ ਜਾਂ ਯੂਪਾ ਲੱਗੀ ਸੀ? ਅੱਗੇ ਉਸ ਦੇ ਵਿੱਚ ਜਿਹੜੀ ਪੈਰਵਾਈ ਆ ਯੂਪਾ ਦੇ ਰਿਕਾਰਡਿੰਗ ਹੋਈ ਆ? ਦੇਖੋ ਜੀ, ਜੋ ਆਪਾਂ ਧਾਰਾ ਲੱਗ ਨਹੀਂ ਸਕਦੀ ਉਹਦੇ 'ਤੇ, ਇਹ ਸਾਨੂੰ ਵੀ ਪਤਾ। ਕਿਉਂ? ਜਿਹੜੇ ਸਾਡੇ ਲੀਡਰ ਨੇ ਨਾ, ਉਹ ਸਰਦਾਰ ਸਿਮਰਨ ਸਿੰਘ ਮਾਨ ਨੇ, ਤੇ ਉਹ ਪੰਜਾਬ ਦੇ DGP ਵੀ ਰਹਿ ਚੁੱਕੇ ਨੇ, ਤੁਹਾਨੂੰ ਪਤਾ ਹੈ। ਠੀਕ ਆ। ਜਦੋਂ ਸਾਡਾ ਉਹਨਾਂ ਨਾਲ ਰਾਬਤਾ ਕਾਇਮ ਹੋਇਆ ਧਰਨੇ ਦੇ ਵਿੱਚੋਂ, ਅਸੀਂ ਫੋਨ ਉਹਨਾਂ ਨੂੰ ਕਰਿਆ ਕਿ ਸਰ ਇੱਕ ਨਾ ਗੱਲਬਾਤ ਆ। ਉਹ ਕਹਿੰਦੇ ਜਵਾਪਾ ਤੇ ਲੱਗਣੀ ਨਹੀਂ। ਜਵਾਪਾ ਕਿਸੇ ਹੁੰਦੇ? ਅਸੀਂ ਕਿਹਾ ਜਵਾਪਾ ਲਵਾ ਰਹੇ ਨੇ। ਕਹਿੰਦੇ ਭਾਈ ਤੁਸੀਂ ਜਵਾਪਾ ਦੇ ਹੱਕ ਦੇ ਵਿੱਚ ਨਹੀਂ ਹੋਣਾ।
ਅਸੀਂ ਉੱਥੋਂ ਕਿਉਂ ਬਾਹਰ ਆ ਗਏ ਕਿ ਸਾਨੂੰ ਪਤਾ ਸੀਗਾ ਕਿ ਮਿੰਟੀਆਂ ਮਿੰਟ ਸਾਡੇ ਪਰ ਗਿਰਨਾ। ਸਾਨੂੰ ਲੋਕ ਹੁਣ ਵੀ ਸਵਾਲ ਕਰਦੇ ਨੇ, ਕਈ ਬੰਦੇ ਹੈਗੇ ਨੇ ਜਿਹੜੇ ਸਾਨੂੰ ਸਵਾਲ ਕਰ ਰਹੇ ਨੇ ਇਸ ਟਾਈਮ, ਸਾਨੂੰ ਜਵਾਬ ਦੇਣੇ ਔਖੇ ਹੋਏ ਪਏ ਨੇ ਕਿ ਜਵਾਪਾ ਲਵਾਈ ਜਵਾਪਾ ਦਾ ਅਕੋਰਡਿੰਗ ਕੀ ਸੀਗਾ, ਜਿਹਦੇ ਵਿੱਚ ਜਵਾਪਾ ਦੇ ਜਿਹੜੇ ਆਗੂ ਸੀਗੇ ਉਸ ਦੇ ਵਿੱਚ ਗਿਆਨੀ ਹਰਪਾਲ ਸਿੰਘ ਜੀ ਜਵਾਪਾ ਦੇ ਵਿੱਚ ਮੇਰੇ ਖਿਆਲ ਸਹਿਮਤ ਸੀਗੇ, ਤੇ ਇਹਨਾਂ ਦੇ ਜਿਹੜੇ ਹੋਰ ਮੈਂਬਰ ਸੀਗੇ ਉਹ ਸਹਿਮਤ ਸੀਗੇ, ਤੇ ਜਿਹੜੇ ਰਿਕਾਰਡਿੰਗ ਬਿਆਨ ਨੇ ਉਹ ਬਾਬਾ ਭਗਵੰਤ ਸਿੰਘ ਨੇ ਆਪਣੇ ਰਾਜਪੁਰੇ ਵਾਲੇ, ਮੇਰੇ ਖਿਆਲੋਂ ਰਾਜਪੁਰੇ ਵਾਲੇ ਵੱਜਦੇ ਨੇ ਉਹ ਬਾਬਾ ਬੇਅੰਤ ਸਿੰਘ ਜੀ, ਉਹਨਾਂ ਦੇ ਬਿਆਨ ਨੇ। ਤੇ ਸਾਡੇ ਨਾਲ ਉੱਥੇ ਤਲਖੀ ਵੀ ਹੋਇਆ ਉਸ ਗੱਲ ਦੇ ਉੱਤੇ। ਗੁਰਦੀਪ ਸਿੰਘ ਨੌਲਖਾ ਜਿਹੜਾ ਦਿਦਾਰ ਸਿੰਘ ਭੱਟੀ ਦਾ ਪੀ ਹੈ, ਉਹਦੇ ਨਾਲ ਤਲਖੀ ਵੀ ਹੋ ਗਈ ਸੀ ਮੇਰੀ। ਮੈਂ ਕਿਹਾ ਕਿ ਅੱਗੇ ਬੇਅਦਬੀਆਂ ਦੇ ਵਿੱਚ 2015 ਤੋਂ ਬੇਅਦਬੀਆਂ ਜਿਹੜੀਆਂ ਹੋ ਰਹੀਆਂ ਨੇ, ਸਾਨੂੰ ਇੱਕੋ ਦੇ ਦਿੱਤਾ ਜਾਂਦਾ ਕਿ ਅਸੀਂ ਆਪਣੇ 295 ਏ ਲਾਤੀ, ਠੀਕ ਆ। ਤੇ ਦੂਸਰੀ ਗੱਲ ਆ ਨਵੀਂ ਸੁਣੀ ਸੀ ਜੁਆਪਾ ਲੱਗ ਗਈ, ਪਹਿਲੀ ਵਾਰ ਹੋਇਆ ਜੁਆਪਾ। ਤੁਸੀਂ ਹੱਕ ਦੇ ਵਿੱਚ ਕਿਉਂ ਨਹੀਂ ਸੀ ਯੂਪਾ ਲਾਉਣ? ਸਾਨੂੰ ਪਤਾ ਕਿ ਜੁਆਪਾ ਪਹਿਲੀ ਵਾਰ, ਦੇਖੋ ਉਹਦੇ ਕੋਲ ਕੋਈ ਅਸਲਾ ਫੜਿਆ ਗਿਆ, ਉਹਦੇ ਫਿਰ ਸਟੇਟ ਗਨ ਫੜੀ ਗਈ ਆ, ਬੰਬ ਫੜੇ ਗਏ ਨੇ ਕਿ ਜਾਂ ਉਹਦੇ ਕੋਲ ਕੁਛ ਹੋਰ ਫੜਿਆ ਗਿਆ, ਕੋਈ ਅਸਲਾ ਤਾਂ ਫੜਿਆ ਨਹੀਂ ਗਿਆ। ਜੁਆਪਾ ਲੱਗਦੀ ਆ ਵੀਰ ਜੀ ਉਹਨਾਂ ਤੇ ਜਿਨ੍ਹਾਂ ਕੋਲ ਅਸਲਾ ਹੋਵੇ ਜਾਂ ਕੋਈ ਹੋਰ ਹਥਿਆਰ ਨਿਕਲੇ, ਉਹਦੇ ਕੋਲ ਕੁਛ ਨਹੀਂ ਸੀਗਾ। ਜੁਆਪਾ ਤਾਂ ਸਾਨੂੰ ਪਤਾ ਸੀਗਾ ਕਿ ਪਹਿਲੇ ਕੋਲ ਟੁੱਟੀ ਵੀ ਆ, ਇਸ ਗੱਲ ਦਾ ਅਸੀਂ ਵਿਰੋਧ ਕੀਤਾ ਕਿ ਉਹ ਪਹਿਲੇ ਝੱਟ ਟੁੱਟ ਵੀ ਗਈ, ਕੋਰਟ ਦੇ ਵਿੱਚ ਜਾ ਕੇ ਧਾਰਾ ਟੁੱਟ ਜਾਂਦੀ ਹੈ ਜੀ, ਠੀਕ ਆ। ਉਸ ਤੋਂ ਬਾਅਦ ਅਸੀਂ ਜਦੋਂ ਦੀ ਤਰੀਕ ਪਤਾ ਕਰਦੇ ਆ, ਉਸ ਤੋਂ ਬਾਅਦ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਵਿਸ਼ਵਾਸ ਦਿੰਦਾ ਕਿ ਉਹਦਾ ਰਿਮਾਂਡ ਚੱਲ ਰਿਹਾ ਅੰਦਰ, ਰਿਮਾਂਡ ਦੇ ਵਿੱਚ ਜੋ ਵੀ ਹੋਊਗਾ ਸੰਗਤ ਦੇ ਸਾਹਮਣੇ ਹੋਊਗਾ। ਤੇ ਅਸੀਂ ਇਹਨਾਂ ਨੂੰ ਕਿਹਾ ਕਿ ਰਿਮਾਂਡ ਚੱਲ ਰਿਹਾ, ਸਾਡੇ ਨਾਲ ਮਿਲਾਓ ਤਾਂ ਸਹੀ ਉਹਨੂੰ, ਸਾਨੂੰ ਨਹੀਂ ਜਾਣ ਦਿੱਤਾ ਗਿਆ, ਠੀਕ ਆ। ਰਿਮਾਂਡ ਤੋਂ ਬਾਅਦ ਜਦੋਂ ਪੇਸ਼ ਹੁੰਦਾ ਤਾਂ ਘੋੜੇ ਵਾਂਗੂ ਭੱਜਿਆ ਜਾਂਦਾ, ਉਹਨੂੰ ਪੁਲਿਸ ਲੈ ਕੇ ਜਾਂਦੀ ਆ। ਤੇ ਵੀਰ ਜੀ ਤੁਸੀਂ ਇੱਕ ਜਾਇਜ਼ਾ ਕਰਿਓ, ਜਿਹੜੇ ਵੀਰਾਂ ਨੇ ਪੁਲਿਸ ਮੁਲਾਜ਼ਮ ਦਾ, ਉਹ ਵੀਰਾਂ ਦਾ ਵੀ ਤਾਂ ਰਿਮਾਂਡ ਹੋਇਆ ਸੀਗਾ, ਉਹ ਵੀਰਾਂ ਦਾ ਤਾਂ ਉਹ ਹਾਲਤ ਸੀ, ਉਹਨਾਂ ਨੂੰ ਫੜ ਕੇ ਪੁਲਿਸ ਵਾਲੇ ਲੈ ਕੇ ਜਾਂਦੀ। ਸਿਰ ਦੇ ਉੱਪਰ ਪੱਗ ਨਹੀਂ ਸੀਗੀ, ਪੈਰ 'ਚ ਜੁੱਤੀ ਨਹੀਂ ਸੀਗੀ, ਸਿਆਣੇ ਬੰਦਿਆਂ ਨੂੰ ਵੀ ਫੜ ਕੇ ਪੁਲਿਸ ਲੈ ਕੇ ਜਾ ਰਹੀ ਸੀ। ਉਹਨਾਂ ਪਰ ਕਿੰਨਾ ਅਸਲਾ ਨਿਕਲਿਆ, ਨਾਲੇ ਬਲਕਿ ਹੋਣਾ ਨਹੀਂ ਇੰਨਾ ਉਹਨਾਂ ਕੋਲ ਜਿੰਨਾ ਪੁਲਿਸ ਨੇ ਪਾਇਆ ਸੀਗਾ ਉੱਥੇ, ਠੀਕ ਆ। ਨਜਾਇਜ਼ ਅਸਲਾ ਪਾ ਦਿੱਤਾ ਉੱਤੇ, ਇਹੋ ਜਿਹਾ ਕੁਛ ਦਿਖਾਇਆ ਗਿਆ ਜਿਹੜਾ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ, ਠੀਕ ਆ। ਉਰੇ ਵੀ ਇਹੀ ਗੱਲ ਚੱਲ ਰਹੀ ਆ ਕਿ ਇਹਦੇ ਕੋਲ ਤਾਂ ਕੁਛ ਨਿਕਲੇ, ਜੇ ਪਰਚਾ ਪੁਲਿਸ ਨੇ ਕਰਨੇ ਤੇ ਪਾ ਦਿੰਦੇ, ਉਹ ਵੀ ਤਾਂ ਸਿੱਖ ਨੌਜਵਾਨ ਤੇ ਪਾਉਂਦੇ ਹੋ ਤੁਸੀਂ, ਉਹ ਵੀ ਤਾਂ ਸਿੱਖ ਨੌਜਵਾਨਾਂ ਤੇ ਪਾਉਂਦੇ ਹੋ। ਤੇ ਇਹਦੇ ਵਿੱਚ ਵੱਡਾ ਰੋਲ ਕੀ ਆ ਜੀ, ਇਹ ਕੇਸ ਦੀ ਪੈਰਵਾਈ ਕਰ ਰਹੇ ਸੀ ਉਹ ਕਰਨੈਲ ਸਿੰਘ ਜੀ ਪੰਜੋਲੀ ਸਾਹਿਬ ਕਰ ਰਹੇ ਸੀਗੇ। ਤੇ ਸਾਨੂੰ ਇਹ ਨਹੀਂ ਸਮਝ ਆਈ ਕਿ ਇਹਨਾਂ ਦੇ ਦੱਸਣ ਮੁਤਾਬਕ ਜਿਹੜੇ ਇਹਨਾਂ ਦੇ ਵਕੀਲ ਸਾਹਿਬ ਨੇ ਬਿਆਨ ਦਿੱਤੇ ਨੇ ਕਿ ਉਹਦੀ ਜਿਹੜੀ ਜ਼ਮਾਨਤ ਆ ਉਹ ਹੋ ਚੁੱਕੀ ਆ, ਠੀਕ ਆ। ਜ਼ਮਾਨਤ ਸਾਨੂੰ ਇਹ ਨਹੀਂ ਸਮਝ ਆਈ ਕਿ ਕਿਹੜੇ ਤਰੀਕੇ ਨਾਲ ਹੋ ਗਈ ਉਹਦੀ। ਉਸ ਰਾਤ ਧਰਨਾ ਲੱਗਦਾ, ਉਸ ਰਾਤ ਜਦੋਂ ਸੰਗਤ ਦੇ ਉੱਤੇ ਤਲਖੀ ਹੁੰਦੀ ਆ ਤੇ ਗੱਲਾਂ ਆਖੀਆਂ ਜਾਂਦੀਆਂ ਨੇ ਕਿ ਇਹੋ ਜਿਹੀਆਂ ਧਾਰਾਵਾਂ ਲਵਾ ਰਹੇ ਆ ਕਿ ਉਹਦੀ ਸਵਾਹ ਤੱਕ ਬਾਹਰ ਨਹੀਂ ਆਊਗੀ, ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਕਿ ਤਾ ਉਮਰ ਜੇਲ੍ਹ ਦੇ ਵਿੱਚ ਸੜਿਆ ਗਾ, ਪਰ 3 ਮਹੀਨਿਆਂ ਬਾਅਦ ਜ਼ਮਾਨਤ ਹੋ ਜਾਂਦੀ ਹੈ। ਇਹ ਤਾਂ ਮੈਂ ਤੁਹਾਨੂੰ ਦੱਸਾਂ ਜੀ, ਇਹ ਬਾਬਾ ਬੇਅੰਤ ਸਿੰਘ ਦੀ ਗੱਲਾਂ ਸੀਗੀਆਂ, ਇਹ ਉਹਨਾਂ ਨੇ ਕਰੀਆਂ ਸੀਗੀਆਂ। ਮੈਂ ਉਹਨਾਂ ਨੂੰ ਬਾਅਦ ਚੋਂ ਫੋਨ ਬੁਲਾਇਆ ਤੇ ਮੈਂ ਕਿਹਾ ਬਾਬਾ ਜੀ ਆਹ ਗੱਲ ਹੋਈ, ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ ਕੋਈ, ਬਾਬਾ ਬੇਅੰਤ ਸਿੰਘ ਜੀ ਨੇ, ਠੀਕ ਆ ਜੀ। ਤੇ ਮੈਂ ਹੋਰ ਨੂੰ ਵੀ ਬਥੇਰਾ ਕਿਹਾ, ਤੇ ਕਈ ਲੋਕ ਮੰਨਦੇ ਵੀ ਨਹੀਂ ਸੀਗੇ, ਮੈਂ ਕਿਹਾ ਯਾਰ ਮੈਨੂੰ ਪਤਾ ਕਿ ਉਹ ਬਾਹਰ ਆ ਰਿਹਾ, ਜਦੋਂ ਹਲੇ ਆਇਆ ਨਹੀਂ ਸੀਗਾ ਮੈਂ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹ ਕੰਮ ਹੋ ਰਿਹਾ, ਨਹੀਂ ਮੰਨਿਆ ਕੋਈ ਵੀ। ਜਦੋਂ ਬਾਹਰ ਆ ਗਿਆ, ਜਦੋਂ ਕੋਰਟ ਦੇ ਬਿਆਨ, ਇਹਨਾਂ ਨੂੰ ਅੱਧੇ ਲੋਕਾਂ ਨੂੰ ਤਾਂ ਵਿਸ਼ਵਾਸ ਹੋਇਆ ਕਿ ਜਦੋਂ ਕੋਰਟ ਨੇ ਬਿਆਨ, ਆਪਣੇ ਵਕੀਲ ਨੇ ਬਿਆਨ ਦਿੱਤਾ, ਉਹਦੀ ਜ਼ਮਾਨਤ ਹੋ ਗਈ। ਵਕੀਲ ਦੇ ਦੱਸਣ ਮੁਤਾਬਕ ਕਿ ਉਹਦੇ 3 ਮਹੀਨੇ ਚਲਾਣੇ ਨਹੀਂ ਪੇਸ਼ ਹੋਇਆ। ਫਿਰ ਤਾਂ ਸਿੱਧੂ ਤੁਹਾਨੂੰ ਪਤਾ ਕਿ ਇਹ ਆਪਣੇ ਸਹਿਜਪ੍ਰੀਤ ਦੇ ਵਕੀਲ ਨੇ, ਹਾਂ ਸਹਿਜਪ੍ਰੀਤ ਦੇ ਜਾਂ ਸ਼੍ਰੋਮਣੀ ਕਮੇਟੀ ਦੇ ਕਿਹਨਾਂ ਦੇ ਵਕੀਲ ਤੇ ਮੈਨੂੰ ਨਹੀਂ ਪਤਾ, ਠੀਕ ਆ। ਤੇ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਆਪਣੇ ਇਹਦੀ 3 ਮਹੀਨੇ ਦਾ ਚਲਾਣੇ ਨਹੀਂ ਪੇਸ਼ ਹੋਇਆ, ਤੇ ਹੁਣ ਤਾਂ ਤੁਸੀਂ ਆਪ ਤਰੀਕਾ ਲਾ ਲਓ, ਅੰਦਾਜ਼ਾ ਲਾ ਲਓ ਕਿ ਕਿਉਂ ਨਹੀਂ ਚਲਾਣ ਦਾ ਪੇਸ਼ ਕੀਤਾ ਗਿਆ। ਇੱਕ 751 ਵਾਲਿਆਂ ਦਾ ਚਲਾਨ ਜਦੇ ਪੇਸ਼ ਹੋ ਜਾਂਦਾ, ਠੀਕ ਆ, ਉਹਦਾ ਚਲਾਨ ਕਿਉਂ ਨਹੀਂ ਪੇਸ਼ ਕੀਤਾ ਗਿਆ, ਉਹਨੂੰ ਪੁੱਛਣ ਵਾਲਾ ਨਹੀਂ ਸੀਗਾ, ਸ਼੍ਰੋਮਣੀ ਕਮੇਟੀ ਪੁੱਛਣ ਵਾਲੀ ਨਹੀਂ ਸੀਗੀ। ਸ਼੍ਰੋਮਣੀ ਅਕਾਲੀ ਦਲ ਤਾਂ ਪੈਰਵਾਈ ਕਰ ਰਹੀ ਸੀ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਕੇਸ ਨੂੰ ਦੇਖ ਰਹੀ ਹੈ। ਫਿਰ ਦੇਖ ਤਾਂ ਰਹੀ, ਫਿਰ ਕਾਰਵਾਈ ਕਿਉਂ ਨਹੀਂ ਕਰਵਾਈ ਜੀ, ਕਿਉਂ ਨਹੀਂ ਚਲਾਨ ਉਹਦਾ ਪੇਸ਼ ਹੋਇਆ? ਚਲਾਨ ਦੇ ਪੇਸ਼ ਉਹਦਾ ਜ਼ਮਾਨਤ ਹੋਈ ਆ ਜੀ, ਇਹਨਾਂ ਦੇ ਬੋਲ ਨੇ ਖੁਦ ਦੇ, ਉਹ ਕੋਰਟ ਦੇ ਮੂਹਰੇ ਖੜੇ ਗਏ ਨਹੀਂ ਕਰਨੈਲ ਸਿੰਘ ਜੀ ਪੰਜੋਲੀ ਜਿਹੜੇ ਨੇ, ਉਹ ਮੀਡੀਆ ਨੂੰ ਬਿਆਨ ਦੇ ਰਹੇ ਨੇ ਆਪਣਾ ਕਿ ਇਹਦੇ ਆਪਣੇ ਕੇਸ ਦੇ ਵਿੱਚ ਅਸੀਂ ਪੈਰਵਾਈ ਕਰ ਰਹੇ ਹਾਂ। ਤਾਂ ਫਿਰ ਉਹ ਬੰਦੇ ਦੀ ਜ਼ਮਾਨਤ ਕਿਵੇਂ ਹੋ ਗਈ ਜੀ, ਦੱਸੋ ਮੈਨੂੰ। ਹੁਣ ਦੀ ਜਿਹੜੀ ਕਾਰਵਾਈ ਉਹ ਕਿੱਥੇ ਖੜੀ ਹੈ, ਉਹ ਵਿਅਕਤੀ ਹੈ ਕਿੱਥੇ, ਜ਼ਮਾਨਤ ਤੇ ਬਾਹਰ ਆ ਗਿਆ, ਘਰੇ ਰਹਿੰਦਾ, ਕੀ ਕਰਦਾ? ਕੋਈ ਪਿੰਡ ਵਾਲਿਆਂ ਨੇ ਵੀ ਤਾਂ ਬਾਈਕਾਟ ਕਰ ਦਿੱਤਾ। ਦੇਖੋ ਜੀ, ਅਸੀਂ ਜਿੱਥੇ ਤੱਕ ਪੈਰਵਾਈ ਕੱਢੀ ਸੀਗੀ, ਜਦੋਂ ਅਸੀਂ ਪੈਰਵਾਈ ਕੱਢੀ ਤਾਂ ਸਾਨੂੰ ਪਿੰਡ ਤੋਂ ਪਤਾ ਲੱਗਿਆ ਕਿ ਉਰੇ ਰਹਿੰਦਾ ਹੀ ਨਹੀਂ, ਇਹਨੂੰ ਅਲੋਪ ਕਰ ਦਿੱਤਾ ਗਿਆ, ਪਿੰਡ ਦੇ ਸੰਨਿਆਸ ਦੇ ਦਿੱਤਾ ਗਿਆ। ਸਰਕਾਰੀ ਸਿਕਿਉਰਿਟੀ ਦੀ ਵੀ ਗੱਲ ਕੀਤੀ ਜਾ ਰਹੀ, ਮਿਲ ਸਕਦੀ ਹੈ ਜੀ, ਕੋਈ ਵੱਡੀ ਗੱਲ ਨਹੀਂ। ਜਿਹੜਾ ਬਿੱਟੂ ਜੇਲ੍ਹ
ਉਹਨੂੰ ਵੀ ਤਾਂ ਸਰਕਾਰੀ ਸਿਕਿਉਰਿਟੀ ਮਿਲ ਗਈ ਸੀਗੀ। ਬੇਅਦਬੀ ਵਾਲਿਆਂ ਨੂੰ ਕਿਉਂ ਨਹੀਂ ਸਿਕਿਉਰਿਟੀ ਮਿਲਦੀ? ਸਰਕਾਰ ਇਹਦੇ ਪਲ ਪਲ ਤੇ ਨਿਗਾਹ ਰੱਖਦੀ ਆ, ਨਾਲ ਇਹਨਾਂ ਦੇ ਕਿਉਂ ਤੁਰਦੀ ਹੈ ਬੰਦਿਆਂ ਨੂੰ ਯਾਰ? ਕਿਉਂ ਸਾਡੇ ਜਿਹੜੇ ਪ੍ਰਬੰਧ ਨੇ ਨਾ, ਸਾਡੀ ਜਿਹੜੀ ਹੋਂਦ ਵਿੱਚ ਸ਼੍ਰੋਮਣੀ ਕਮੇਟੀ ਆ, ਗੁਰੂ ਘਰਾਂ ਦੀ ਦੇਖਭਾਲ ਕਰਦੀ ਆ, ਉਹ ਸ਼੍ਰੋਮਣੀ ਕਮੇਟੀ ਦੇ ਖੁਦ ਦੇ ਤਲਵੇ ਨਹੀਂ ਹੈਗੇ, ਡਾਮਾਡੋਲ ਆ ਉਹ। ਕਿਉਂ ਡਾਮਾਡੋਲ ਕਿਉਂ ਆ? ਦੇਖੋ, ਇੱਕ ਸ਼੍ਰੀ ਅਕਾਲ ਤਖਤ ਸਾਹਿਬ ਸਨਮੋਲ ਆ, ਭਾਰਤ ਦੇ ਵਿੱਚ ਸੁਪਰੀਮ ਕੋਰਟ ਆ, ਹਾਈ ਕੋਰਟ ਆ। ਉਹ ਜੇ ਇਹਨਾਂ ਲਈ ਸਨਮੋਲ ਆ, ਸਾਡੇ ਸਿੱਖਾਂ ਲਈ ਕੀ ਸਨਮੋਲ ਸ਼੍ਰੀ ਅਕਾਲ ਤਖਤ ਸਾਹਿਬ ਆ। ਜੋ ਅਕਾਲ ਤਖਤ ਸਾਹਿਬ ਨੇ ਫੈਸਲਾ ਦੇ ਦਿੱਤਾ ਗਿਆ ਤਾਂ ਉਹ ਸਾਰੀ ਸਿੱਖ ਸੰਗਤ ਨੇ ਮੰਨਣਾ, ਸਾਰਿਆਂ ਨੂੰ, ਤੁਹਾਨੂੰ ਪਤਾ, ਮੈਨੂੰ ਵੀ ਪਤਾ, ਠੀਕ ਆ। ਤੇ ਅਕਾਲ ਤਖਤ ਸਾਹਿਬ ਕਿਹਦੀ ਵੇਟ ਕਰ ਰਿਹਾ? ਉਹਨੂੰ ਜਿਹੜੇ ਉੱਥੇ ਗਿਆਨੀ ਹਰਪ੍ਰੀਤ ਸਿੰਘ ਨੇ, ਉਹ ਕਿਹਦੀ ਵੇਟ ਕਰ ਰਹੇ, ਕਿਹਦੀ ਆਦੇਸ਼ ਦੀ ਵੇਟ ਕਰ ਰਹੇ ਨੇ? ਉਹ ਕਿਉਂ ਨਹੀਂ ਠੋਕ ਫੈਸਲਾ ਦੇ ਰਹੇ ਕੌਮ ਨੂੰ? ਜਾਂ ਉਹ ਕਿਉਂ ਨਹੀਂ ਆਪਣੇ ਫੈਸਲਿਆਂ ਦੇ ਉੱਤੇ, ਇਹ ਬੇਅਦਬੀਆਂ ਵਾਲਿਆਂ ਨੂੰ 2015 ਤੋਂ ਬੇਅਦਬੀਆਂ ਲਗਾਤਾਰ ਹੁੰਦੀਆਂ ਆ ਰਹੀਆਂ ਨੇ, ਕਿਉਂ ਨਹੀਂ ਕੋਈ ਠੋਸ ਕਦਮ ਚੱਕਦੇ? ਇਹਦੇ ਵਿੱਚ ਰਾਜ ਕੀ ਆ? ਕਿਉਂ ਸਾਨੂੰ ਤੜਪਾਇਆ ਜਾਂਦਾ? ਅਸੀਂ ਜਦ 365 ਸਰੂਪਾਂ ਦਾ ਸਿੱਖ ਸੰਗਤ ਉੱਥੇ ਇਨਸਾਫ ਲੈਣ ਜਾਂਦੀ ਦੀ, ਤਾਂ ਉੱਥੇ ਮੀਡੀਆ ਨਾਲ ਵੀ ਕੁੱਟਮਾਰ ਹੁੰਦੀ ਆ, ਉੱਥੇ ਕਿਸੇ ਦੇ ਪੱਗਾਂ ਲਾ ਦਿੱਤੀਆਂ ਜਾਂਦੀਆਂ, ਕਿਸੇ ਦਸਤਾਰਾਂ ਲੋੜ ਦਿੰਦੇ, ਕਿਸੇ ਨੂੰ ਕਿਸੇ ਦੀ ਲੱਤ ਤੋੜ ਦਿੱਤੀ, ਕਿਸੇ ਦੀ ਬਾਂਹ ਤੋੜ ਦਿੱਤੀ ਜਾਂਦੀ। ਉਹ ਟਾਰਕ ਫੋਰਸ ਰੱਖੀ ਵੀ ਕਿਹਦੇ ਵਾਸਤੇ? ਸਾਡੇ ਵਾਸਤੇ ਰੱਖੀ ਆ। ਕੇਸਗੜ੍ਹ ਸਾਹਿਬ ਤੁਹਾਨੂੰ ਪਤਾ ਬੇਅਦਬੀ ਹੋਈ ਆ, ਸਾਰਿਆਂ ਨੂੰ ਪਤਾ। ਮੈਂ ਵੱਡੇ ਗੱਲ ਤਾਂ ਇਹ ਹੈ ਕਿ ਇਹ ਤਾਂ ਮੈਂ ਨੋਰਮਲ ਜੀ ਗੱਲ ਮੰਨ ਲੈਂਦਾ ਭਾਜੀ, ਕਿ ਇੱਥੇ ਪ੍ਰਬੰਧ ਨਹੀਂ ਪੂਰਾ ਹੁੰਦਾ, ਕਿਉਂ ਪਿੰਡਾਂ ਦੇ ਹੱਥ 'ਚ ਹੈ। ਉੱਥੇ ਤਾਂ ਸ਼੍ਰੋਮਣੀ ਕਮੇਟੀ, ਉੱਥੇ ਤਾਂ ਪਤਾ ਨਹੀਂ ਕਿੰਨੇ ਕੁ ਵਰਸ਼ੇ ਵਾਲੇ ਨੇ, ਕਿੰਨੀ ਕੁ ਉਹਨਾਂ ਕੋਲ ਟਾਸਕ ਫੋਰਸ ਆ, ਕਿੰਨੇ ਕੁ ਸੇਵਾਦਾਰ ਨੇ। ਤਰਖਾਣ ਮਾਜਰੇ ਪਿੰਡ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਇਹ ਗੱਲਾਂ ਵੀ ਉੱਥੇ ਕੀਤੀਆਂ ਜਾਂਦੀਆਂ ਨੇ ਧਰਨੇ ਦੇ ਵਿੱਚ, ਕਿ ਜਿਹੜੇ ਪਿੰਡਾਂ ਦੇ ਵਿੱਚ ਕੋਲ ਪ੍ਰਬੰਧ ਕਰਨ ਨੂੰ ਹੈ ਨਹੀਂ ਸਿਸਟਮ ਸਾਰਾ ਸਹੀ, ਜਾਂ ਜਿਹੜੇ ਪਿੰਡ ਗੁਰੂ ਘਰਾਂ ਦੀ ਰਾਖੀ ਦਾ ਪ੍ਰਬੰਧ ਆਪ ਨਹੀਂ ਸਹੀ ਕਰ ਸਕਦੇ, ਉਹਨਾਂ ਪਿੰਡਾਂ ਦੇ ਵਿੱਚ ਗੁਰੂ ਘਰਾਂ ਨੂੰ ਤਾਲੇ ਲਗਾ ਦਿਓ, ਮਹਾਰਾਜ ਦੇ ਸਰੂਪਾਂ ਨੂੰ ਸਤਿਕਾਰ ਸਮੇਤ ਉੱਥੋਂ ਬਾਹਰ ਲਿਆਓ, ਕਿਉਂਕਿ ਉਹ ਲੋਕ ਰਾਖੀ ਕਰਨ ਦੇ ਸਮਰੱਥ ਨਹੀਂ ਹੈਗੇ। ਪਰ ਰਾਖੀ ਤਾਂ ਸਾਡੇ ਤਖਤਾਂ ਤੱਕ ਦੀ ਨਹੀਂ ਹੋ ਰਹੀ, ਕਿ ਅਸੀਂ ਤਖਤਾਂ ਨੂੰ ਵੀ ਫਿਰ ਜਿੰਦੇ ਲਾ ਦਈਏ? ਇਹ ਤਾਂ ਹੁਣ ਬੜੀ ਸੋਚਣ ਵਾਲੀ ਗੱਲ ਹੈ ਕਿ ਆਖਰ ਸਿੱਖ ਕੌਮ ਜਾ ਕੇ ਇੱਧਰ ਨੂੰ ਰਹੀ ਹੈ। ਦੇਖੋ ਜੀ, ਇਹਨਾਂ ਕੋਲ ਇੱਕ ਸ਼੍ਰੋਮਣੀ ਕਮੇਟੀ, ਸਾਡੇ ਕੋਲ, ਅਸੀਂ ਕਿਹਨੂੰ ਕਹੀਏ? ਸ਼੍ਰੋਮਣੀ ਕਮੇਟੀ ਨੂੰ ਕਹਿ ਸਕਦੇ ਹਾਂ। ਪਰ ਹੁਣ ਜੱਗ ਜ਼ਾਹਰ ਹੋ ਗਿਆ ਕਿ ਸ਼੍ਰੋਮਣੀ ਕਮੇਟੀ ਨਾਕਾਮ ਹੈ ਇੱਥੇ। ਇਹਨਾਂ ਨੂੰ ਪ੍ਰਬੰਧ ਛੱਡ ਦੇਣੇ ਚਾਹੀਦੇ ਆ। ਜਿਹੜੇ ਜਥੇਦਾਰ ਨੇ, ਇਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ, ਕਿ ਅਸੀਂ ਠੋਕ ਬਜਾ ਕੇ ਬਿਆਨ ਨਹੀਂ ਦੇ ਸਕਦੇ ਯਾਰ, ਸਾਤੋਂ ਬਿਆਨ ਨਹੀਂ ਦੇ ਹੁੰਦੇ। ਜੋ ਸਾਨੂੰ ਸੁਖਬੀਰ ਕਹੂਗਾ ਉਹ ਕਰਾਂਗੇ, ਜੋ ਕੈਪਟਨ ਨੇ ਕਹਿਤਾ ਸੀ ਉਹ ਕਹਾਂਗੇ। ਫਿਰ ਛੱਡ ਦੋ, ਕਿਉਂ? ਤੁਸੀਂ ਉਹਨਾਂ ਦੇ ਪ੍ਰਬੰਧਾਂ ਹੇਠ ਚੱਲ ਰਹੇ ਹੋ, ਠੀਕ ਆ। ਕੋਈ ਵੀ ਗੱਲ ਹੁੰਦੀ ਆ, ਉਹ ਕਰੂਗੀ ਤਾਂ ਬੀਬੀ ਜਗੀਰ ਕੌਰ ਕਰੂਗੀ, ਜੋ ਕਰਨਗੇ ਗਿਆਨੀ ਹਰਪ੍ਰੀਤ ਸਿੰਘ ਜੀ ਕਰਨਗੇ। ਅਸੀਂ ਗਿਆਨੀ ਹਰਪ੍ਰੀਤ ਸਿੰਘ ਦੇ ਮੂੰਹ ਨਹੀਂ ਦੇਖੀ ਜਾ ਰਹੇ ਹਾਲੇ ਤੱਕ। ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤੱਕ ਬਿਆਨ ਦਿੱਤਾ ਕਿ ਜਿਹੜੇ ਸਿੱਖ ਨੌਜਵਾਨਾਂ ਨਾਲ ਕੁੱਟਮਾਰ ਹੁੰਦੀ, ਜਾਂ ਕਿਸੇ ਪੱਗਾਂ ਲਾਈਆਂ ਜਾਂਦੀਆਂ, ਕਿਸੇ ਨੇ ਠੋਸ ਫੈਸਲਾ ਲਿਆ? ਸਾਨੂੰ ਸਿੱਖ ਨੌਜਵਾਨਾਂ ਨੂੰ ਸੜਕਾਂ ਤੇ ਬੈਠ ਕੇ ਧਰਨੇ ਲਾ ਕੇ 2-2 3-3 ਘੰਟੇ 4-4 ਘੰਟੇ ਰਾਤਾਂ ਵੀ ਸਾਨੂੰ ਸੜਕਾਂ ਤੇ ਕੱਟਣੀਆਂ ਪੈਂਦੀਆਂ ਤਾਂ ਸਾਨੂੰ ਇਨਸਾਫ ਮਿਲਦਾ? ਅਸੀਂ ਯਾਰ ਇਹੀ ਜੋਗੇ ਰਹਿ ਗਏ। ਕਿਸੇ ਹਿੰਦੂ ਧਰਮ ਦੇ ਮੰਦਿਰ ਦੇ ਉੱਤੇ ਅਟੈਕ ਜਿਹਾ ਹੋ ਜਾਂਦਾ ਤੇ ਉੱਥੇ ਬਹੁਤ ਵੱਡੀ ਸਿਕਿਉਰਿਟੀ ਲਾ ਦਿੱਤੀ ਜਾਂਦੀ ਆ, ਠੀਕ ਆ। ਉਹਨੂੰ ਸਾਂਭ ਸੰਭਾਲ ਉਹਦੀ ਉਸ ਤੋਂ ਵੱਧ ਸਿਕਿਉਰਿਟੀ ਦੇ ਦਿੱਤੀ ਜਾਂਦੀ ਆ। ਤੇ ਸਾਡੇ ਗੁਰਧਾਮਾਂ ਨੂੰ ਕਿਉਂ ਨਹੀਂ ਹੈਗੀ? ਸਾਡੀ ਸ਼੍ਰੋਮਣੀ ਕਮੇਟੀ ਨੂੰ ਕਿਉਂ ਨਹੀਂ? ਸਾਡੀ ਸ਼੍ਰੋਮਣੀ ਕਮੇਟੀ ਇਹੋ ਜਿਹਾ ਕਦਮ ਕਿਉਂ ਨਹੀਂ ਚੱਕ ਰਹੀ? ਅਸੀਂ ਸਭ ਤੋਂ ਵੱਡੀ ਗੱਲ ਤਾਂ ਮੈਨੂੰ ਇਹੀ ਨਹੀਂ ਸਮਝ ਆ ਰਹੀ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨੇ, ਉਹ ਅੱਜ ਕਿਹਦੀ ਵੇਟ ਕਰ ਰਹੇ ਨੇ, ਕਿਹਦੀ ਸਲਾਹ ਲੈ ਰਹੇ ਨੇ? ਕਿਉਂ ਨਹੀਂ ਅਸਲ ਤੱਕ ਉਹਨਾਂ ਨੇ ਠੋਸ ਫੈਸਲਾ? ਤਾਂ ਉਹਨਾਂ ਨੇ ਵੀ ਪੱਲਾ ਇੱਕ ਝਾੜਦਾ ਕਿ ਪੁਲਿਸ ਕਰ ਰਹੀ ਆ। ਮੈਨੂੰ ਤਾਂ ਇਹ ਸਮਝ ਸੀਗੀ, ਜਗਤਾਰ ਸਿੰਘ ਜੀ ਹਵਾਰਾ ਦਾ ਇੱਕ ਮੈਂ ਬਿਆਨ ਸੁਣ ਰਿਹਾ ਸੀ ਇੱਕ ਦਿਨ, ਉਹ ਕਹਿੰਦੇ ਸੀਗੇ ਕਿ ਮੈਨੂੰ ਸਿਰਫ ਅੱਧਾ ਘੰਟਾ ਦੇ ਦਿਓ, ਮੈਨੂੰ ਬਾਹਰ ਕੱਢ ਦਿਓ। ਨਾ ਬੇਅਦਬੀਆਂ ਹੋਣਗੀਆਂ, ਨਾ ਧੀਆਂ ਭੈਣਾਂ ਦੀ ਇੱਜ਼ਤਾਂ ਲੁੱਟੀਆਂ ਜਾਣਗੀਆਂ, ਨਾ ਸਿੱਖ ਨੌਜਵਾਨਾਂ ਤੇ ਹਮਲੇ ਹੋਣਗੇ। ਅੱਧਾ ਘੰਟਾ ਮੰਗਿਆ ਸੀਗਾ, ਠੀਕ ਆ। ਤੇ ਅੱਜ ਜੇ ਉਹਨਾਂ ਨੂੰ ਸਰਬੱਤ ਖਾਲਸਾ ਦੇ ਵਿੱਚ ਜਥੇਦਾਰ ਬਣਾਇਆ ਗਿਆ, ਉਹ ਸੋਚ ਸਮਝ ਕੇ ਬਣਾਇਆ ਗਿਆ ਸੀਗਾ, ਠੀਕ ਆ। ਪਤਾ ਸੀਗਾ ਉਹਨਾਂ ਨੂੰ। ਤੇ ਉਸ ਟਾਈਮ ਸਾਰਿਆਂ ਦੇ ਤਲਥੱਲੀ ਮੱਚ ਗਈ ਕਿ ਜੇ ਇਹ ਜਥੇਦਾਰ ਇਹਨਾਂ ਨੇ ਬਾਹਰ ਆ ਗਿਆ ਉਹ, ਤਾਂ ਇਹਨਾਂ ਨੂੰ ਪਤਾ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਗੁਲਾਮੋਂ ਫੜ ਲਿਆਉਣੇ ਉਹਨੇ, ਠੀਕ ਹੈ। ਡਰਦੇ ਉਹਨੂੰ ਤਾਂ ਨਹੀਂ ਉਹਨਾਂ ਦਾ ਉਹ ਕਰਦੇ। ਹੁਣ ਇੱਕ ਸੋਚੋ ਯਾਰ, ਕਿੱਡੀ ਗੱਲ, ਬੰਦਾ ਤਖਤ ਦੇ ਉੱਤੇ ਹੀ ਗੱਲ ਕਹਿ ਰਿਹਾ ਕਿ ਤੁਸੀਂ ਆਪਣੇ ਗਿਆਨੀ ਹਰਪ੍ਰੀਤ ਸਿੰਘ ਨੂੰ ਕਹਿ ਰਹੇ ਤੁਸੀਂ ਦਾੜੀ ਰੰਗੀ ਵਾਲੇ ਨੂੰ, ਉਹਨੇ ਸਰੇਆਮ ਕਹਿੰਦਾ ਕਿ ਮੈਂ ਤੈਨੂੰ ਜਥੇਦਾਰ ਹੀ ਨਹੀਂ ਮੰਨਦਾ। ਯਾਰ ਪਤਾ ਆ ਕਿਉਂ ਇਹ ਕਿਹੜੀ ਗੱਲ ਕਹਿ ਰਹੇ ਨੇ? ਇਹਨਾਂ ਨੂੰ ਬੀਬੀ ਜਗੀਰ ਕੌਰ ਨੂੰ ਕਿਉਂ ਨਹੀਂ? ਵੀਰ ਜੀ ਤੁਸੀਂ ਵੀ ਨੈਟ ਤੇ ਫੋਟੋਆਂ ਦੇਖੀਆਂ ਹੋਣੀਆਂ, ਉਹ ਕਿਉਂ ਨਹੀਂ ਫੋਟੋਆਂ ਦੇ ਨਾਲ ਬੀਬੀ ਜਗੀਰ ਕੌਰ ਨੂੰ ਵੀ ਤਲਬ ਕਰ ਰਹੇ? ਕਰਨ ਫਿਰ ਜੀ। ਬੀਬੀ ਜਗੀਰ ਕੌਰ ਵੀ ਤਾਂ ਇੱਕ ਔਰਤ ਆ, ਉਹਨੇ ਥ੍ਰੈਡਿੰਗ ਕਰਾਈ ਵੀ ਹੈ ਮੇਰੇ ਖਿਆਲੋਂ। ਫੋਟੋਆਂ ਦੇ ਵਿੱਚ ਸ਼ਰੇਆਮ ਦਿਖ ਰਿਹਾ ਕਿ ਉਹਦੇ ਦਾੜੀ ਦੇ ਕੇਸ ਦੇ ਵੀ, ਮੁੱਛਾਂ ਦੇ ਵਾਲ ਤੱਕ ਦਿਖ ਰਹੇ ਨੇ ਬੀਬੀ ਦੇ, ਤੇ ਉਹਨਾਂ ਨੂੰ ਕਿਉਂ ਨਹੀਂ ਦਿਖ ਰਹੇ? ਗਿਆਨੀ ਹਰਪ੍ਰੀਤ ਸਿੰਘ ਨੂੰ ਦਿਖ ਨਹੀਂ ਰਹੀ? ਤਾਂ ਇੱਥੇ ਇੱਕ ਗੱਲ ਕਰਨੀ ਬੜੀ ਜ਼ਰੂਰੀ ਹੋ ਜਾਂਦੀ ਹੈ ਕਿ ਜਿੱਥੇ ਸਿੱਖ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਦੇ ਵਜੋਂ ਦੇਖਦੇ ਨੇ, ਇੱਕ ਵੱਖਰੀ ਸ਼ਕਤੀ ਦੇ ਵਜੋਂ ਦੇਖਦੇ ਨੇ ਕਿ ਸਾਡਾ ਇੱਕ ਆਪਣਾ ਤਖਤ ਆ, ਸਾਡੇ ਆਪਣਾ ਵਿਧਾਨ, ਆਪਣਾ ਸੰਵਿਧਾਨ, ਸਾਡੇ ਆਪਣੇ ਕਾਨੂੰਨ ਨੇ, ਪਰ ਉੱਥੇ ਹੀ
ਸਿੱਖ ਤਖਤਾਂ ਦੇ ਫੈਸਲੇ ਭਾਰਤੀ ਅਦਾਲਤਾਂ ਦੇ ਵਿੱਚ ਵੀ ਹੋ ਰਹੇ ਨੇ। ਤਾਂ ਅੱਜ ਹੀ ਇੱਕ ਖਬਰ ਆਈ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਜਿਹੜੇ ਜਥੇਦਾਰ ਸੀ ਗਿਆਨੀ ਇਕਬਾਲ ਸਿੰਘ, ਉਹਨਾਂ ਨੂੰ ਮੁੜ ਤੋਂ ਉਸ ਤਖਤ ਦਾ ਜਥੇਦਾਰ ਲਾਇਆ ਜਾਵੇ। ਤਾਂ 2019 ਦੇ ਵਿੱਚ ਉਹਨਾਂ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਸੀ, ਪਰ ਉਸ ਤੋਂ ਬਾਅਦ ਉਹ ਅਦਾਲਤ ਦੇ ਵਿੱਚ ਕੇਸ ਕਰਦੇ ਨੇ। ਤਾਂ ਦੇਖੋ, ਸਿੱਖ ਸੰਗਤ, ਸਿੱਖਾਂ ਦੇ ਵਿੱਚ ਉਹਨਾਂ ਦੇ ਜਥੇਦਾਰਾਂ ਦੇ ਫੈਸਲੇ ਕਰਨ ਦੀ ਸਮਰੱਥਾ ਨਹੀਂ ਰਹੀ ਕਿ ਸਾਡੇ ਜਥੇਦਾਰ ਕੌਣ ਹੋਊਗਾ। ਇਹ ਸਮਰੱਥਾ ਹੁਣ ਸਿੱਖਾਂ ਦੇ ਵਿੱਚ ਨਹੀਂ ਰਹੀ, ਇਹ ਫੈਸਲੇ ਭਾਰਤੀ ਅਦਾਲਤਾਂ ਕਰ ਰਹੀਆਂ ਨੇ। ਤਾਂ ਸਿੱਖਾਂ ਦੇ ਵਿੱਚ ਇਸ ਆ ਰਹੇ ਨਿਘਾਰ ਬਾਰੇ ਤੁਹਾਨੂੰ ਕਿਵੇਂ ਲੱਗਦਾ ਕਿ ਕਿੱਧਰ ਨੂੰ ਜਾ ਰਹੀ ਹੈ ਕੌਮ? ਦੇਖੋ ਜੀ, ਕੌਮ ਜਿਹੜੀ ਆ, ਜਿਹੜੇ ਮਰਜੀਵੜੇ ਨੇ ਜ਼ਿੰਦਗੀ ਦੇ ਵਿੱਚ, ਜਿਹੜੀ ਕੌਮ ਲਈ ਸਮਰਪਿਤ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ, ਕਿਉਂ ਕੋਈ ਵੀ ਐਸਾ ਸਿੱਖ ਨਹੀਂ ਹੈਗਾ ਜਿਹੜਾ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨਾ ਹੋਵੇ, ਸਾਰੇ ਨੇ। ਠੀਕ ਆ ਜੀ, ਇਹ ਨਲਾਇਕੀਆਂ ਸ਼੍ਰੋਮਣੀ ਕਮੇਟੀਆਂ ਦੀਆਂ ਸੀਗੀਆਂ, ਕਿਉਂ ਇਹ ਕੌਮ ਨੂੰ ਸਾਂਭ ਨਹੀਂ ਰਹੀ, ਇਹ ਉਹਨਾਂ ਦੇ ਡਾਂਗਾ ਮਾਰਦੀਆਂ। ਬੈਠ ਕੇ ਸਜ਼ਾਏ ਦੇਣ ਦੇ ਮਾਰਾ, ਆਪਣਾ ਦਲੀਲ ਨਾਲ ਪੱਖ ਰੱਖਣ ਦਾ ਮਾਰਾ। ਦੇਖੋ, ਅਸੀਂ ਇਹ ਗੱਲ ਨਹੀਂ ਕਹਿੰਦੇ ਜੇ ਗਲਤੀ ਹੋ ਗਈ ਸਰੂਪਾਂ ਦੀ ਤਾਂ ਇਹ ਦਲੀਲ ਨਾਲ ਆਪਣਾ ਜਵਾਬ ਦੇ ਸਕਦੇ ਨੇ, ਯਾਨੀ ਹਰਪ੍ਰੀਤ ਸਿੰਘ ਵੀ ਦੇ ਸਕਦੇ ਨੇ, ਲੌਂਗੋਵਾਲ ਦੀ ਕਮੇਟੀ ਵੀ ਦੇ ਸਕਦੀ ਆ, ਠੀਕ ਆ, ਬੀਬੀ ਜਗੀਰ ਕੌਰ ਵੀ ਦੇ ਸਕਦੀ ਆ। ਫਤਿਹਗੜ੍ਹ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਹੈ, ਉਸ ਬੇਅਦਬੀ ਦੀ ਘਟਨਾ ਦੇ ਇਨਸਾਫ ਦੇ ਵਜੋਂ ਫਤਿਹਗੜ੍ਹ ਸਾਹਿਬ ਦੀਆਂ ਕਚਹਿਰੀਆਂ ਦੇ ਬਾਹਰ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਲਗਾਤਾਰ ਧਰਨਾ ਵੀ ਲਗਾਇਆ ਜਾਂਦਾ। ਉਸ ਧਰਨੇ ਦੇ ਨਾਲ ਕੀ ਆਊਟਪੁੱਟ ਨਿਕਲਦੀ ਹੈ, ਕੀ ਅਸਰ ਪੈਂਦਾ ਇਸ? ਦੇਖੋ ਜੀ, ਚੋਰ ਉਹ ਕਹਾਵਤ ਹੋ ਗਈ, ਚੋਰਾਂ ਨਾਲ ਕੁੱਤੀ ਰਲੀ ਹੋਈ ਆ। ਇਹ ਤਾਂ ਇੱਕ ਵੋਟਾਂ ਦਾ ਟਾਈਮ ਸੀ, ਹੁਣ ਕਿੱਥੇ ਗਿਆ ਧਰਨਾ? ਹੁਣ ਕਿਉਂ ਨਹੀਂ ਬੋਲ ਰਹੇ? ਅਕਾਲੀ ਦਲ ਯਾਰ ਖੁਦ ਦੋਸ਼ੀ ਆ, 365 ਸਰੂਪਾਂ ਦਾ ਦੋਸ਼ੀ ਆ। ਇਹ ਧਰਨਾ ਕਿਵੇਂ ਲਾ ਲੂਗਾ? ਮੈਨੂੰ ਇਹ ਗੱਲ ਦਾ ਜਵਾਬ ਨਹੀਂ ਆ ਰਿਹਾ। ਦਰਦ ਇਹਨਾਂ ਦਾ, ਜਿਹਨੇ ਆਪਣੇ ਸਰੂਪਾਂ ਦਾ ਜਵਾਬ ਨਹੀਂ ਦਿੱਤਾ ਹਲੇ, ਕਿ ਸਾਡੇ ਪ੍ਰਬੰਧ ਦੇ ਵਿੱਚੋਂ ਸਰੂਪ ਗਏ ਕਿੱਥੇ, ਸਰੂਪ ਜਿਹੜੇ ਉਹਨਾਂ ਦਾ ਜਵਾਬ ਲੈਣ ਗਏ ਤੇ ਡਾਂਗਾ ਬਰਸਾ ਦਿੱਤੀਆਂ ਗਈਆਂ, ਮੀਡੀਆ ਵਾਲੇ ਨੂੰ ਕੁੱਟਿਆ ਗਿਆ, ਮੀਡੀਆ ਵਾਲੇ ਦੇ ਕੈਮਰੇ ਤੱਕ ਖੋਲੇ ਗਏ, ਠੀਕ ਆ, ਸਿੱਖ ਨੌਜਵਾਨਾਂ ਨਾਲ ਕੁੱਟਮਾਰ ਕੀਤੀ, ਬੀਬੀਆਂ ਨਾਲ ਤੱਕ ਕੁੱਟਮਾਰ ਕੀਤੀ ਹੈ। ਉਹ ਟਾਰਕ ਫੋਰਸ ਵਾਸਤੇ ਉਹਨਾਂ ਨੇ ਰੱਖੀ ਵੀ ਆ, ਉਹ ਆਪਣਾ ਜਵਾਬ ਦੇ ਦਿੰਦਾ ਮਾਰਾ ਦੂਏ ਨੂੰ ਕਹਿ ਰਹੇ ਨੇ। ਧਰਨਾ ਕਿਸ ਫੇਸ ਤੇ ਲਾਇਆ ਪਿਆ? ਅਸੀਂ ਤਾਂ ਬਾਈਕਾਟ ਉਸ ਦਿਨ ਕਰਕੇ, ਨਾਲ ਅਸੀਂ ਨਾਅਰੇਬਾਜ਼ੀ ਇਹਨਾਂ ਦੇ ਮੂਹਰੇ ਕਰਕੇ ਗਏ ਆ ਕਿ ਜਿਹੜੇ ਬਾਦਲ ਦੇ ਦੱਲੇ ਨੇ, ਬਾਦਲ ਦੇ ਚਮਚੇ ਨੇ, ਉਹ ਆਪਣੀਆਂ ਪਟਾਰੀਆਂ ਵਿੱਚ ਰਹਿਣ। ਠੀਕ ਆ, ਕਿਉਂ ਬੇਅਦਬੀ ਹੋਈ, ਕਿਉਂ ਨਹੀਂ ਆਪਣੇ ਆਪ ਨੂੰ ਵਾਰਦੇ? ਉਸ ਟਾਈਮ ਕੁੱਛੜ 'ਚ ਵੜ ਜਾਂਦੇ ਨੇ, ਮੈਨੂੰ ਕੁੱਖਾਂ ਪਿਆਰੀਆਂ ਲੱਗਦੀਆਂ ਨੇ। ਫਿਰ ਜਿੱਥੇ ਜਦੋਂ ਮਰਦ ਦੀ ਬੇਅਦਬੀ ਹੁੰਦੀ ਹੈ, ਕਿਉਂ ਨਹੀਂ ਨਿਰਪੱਖ ਹੋ ਕੇ ਕਹਿੰਦੇ ਕਿ ਇਹਨਾਂ ਦਾ ਫੈਸਲਾ ਇੱਥੇ ਕਰੋ? ਅੱਜ ਧਰਨੇ ਨਾਲ ਹੁਣ ਕੀ ਬਣ ਕੇ, ਕੀ ਗੱਲ ਦਿਦਾਰ ਸਿੰਘ ਭੱਟੀ ਜੀ ਨੂੰ ਪਤਾ ਨਹੀਂ ਸੀਗਾ? ਬਕਾਇਦਾ ਉਹਨਾਂ ਦਾ ਪੀਏ ਗਿਆ ਸੀ, ਮੈਂ ਮੂੰਹ ਤੇ ਕਹਿ ਰਿਹਾ, ਗੁਰਦੀਪ ਸਿੰਘ ਨੌਲਖਾ ਜੀ, ਉਹ ਵੀ ਗਏ ਸੀਗੇ, ਉਹਨਾਂ ਨਾਲ ਮੇਰੀ ਤਲਖੀ ਹੋਈ ਸੀਗੀ। ਮੈਂ ਇਹ ਗੱਲ ਦਾ ਸਵਾਲ, ਮੈਂ ਕਿ 295 ਇਹ ਤੁਸੀਂ ਬਾਰ-ਬਾਰ ਲਵਾਈ ਜਾਂਦੇ ਹੋ, ਸਾਨੂੰ ਹੁਣ ਤੱਕ ਦੱਸ ਦਿਓ 295 ਦਾ ਬੈਨੀਫਿਟ ਕੀ ਹੋਇਆ ਸਾਨੂੰ? 3 ਮਹੀਨੇ ਬਾਅਦ ਤਾਂ ਦੋਸ਼ੀ ਬਾਹਰ ਆ ਜਾਂਦੇ ਨੇ। ਇੱਥੇ ਇਹ ਗੱਲ ਬੜੀ ਜ਼ਰੂਰੀ ਹੈ ਕਿ 295 ਧਾਰਾ ਲੱਗ ਜਾਂਦੀ ਹੈ, ਪਰ 295 ਧਾਰਾ ਕੋਈ ਸਿੱਖ ਗੁਰੂਆਂ ਦੇ ਬਾਰੇ ਕੋਈ ਭੱਦੀ ਸ਼ਬਦਾਵਲੀ ਵਰਤਦਾ ਉੱਥੇ ਵੀ ਲੱਗਦੀ ਹੈ, ਕੋਈ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਦਿੰਦਾ ਉੱਥੇ ਵੀ ਲੱਗਦੀ ਹੈ। ਤਾਂ ਕੋਈ ਵੀ ਅਜਿਹੀ ਘਟਨਾ ਵਾਪਰਦੀ ਹੈ, ਉੱਥੇ ਧਾਰਾ ਸਿਰਫ ਇੱਕ ਵਾਰ 295 ਇਹ ਧਾਰਾ ਲੱਗਦੀ ਹੈ, ਜਿਸ ਵਿੱਚ 3 ਮਹੀਨਿਆਂ ਦੇ ਬਾਅਦ ਜ਼ਮਾਨਤ ਹੋ ਕੇ ਵਿਅਕਤੀ ਬਾਹਰ ਆ ਜਾਂਦਾ ਹੈ। ਪਰ ਵੱਡੀ ਗੱਲ ਇਹ ਹੈ ਕਿ ਸਿੱਖ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਮੌਜੂਦਾ ਗੁਰੂ ਮੰਨਦੇ ਨੇ। ਕੋਈ ਮੌਜੂਦਾ ਗੁਰੂ ਦੀ ਪੱਤ ਰੋਲ ਦੇਵੇ, ਮੌਜੂਦਾ ਗੁਰੂ ਨੂੰ ਕਤਲ ਕਰਨ ਦੇ ਸਮਾਨ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜ ਦੇਣਾ ਗੁਰੂ ਨੂੰ ਕਤਲ ਕਰਨ ਦੇ ਸਮਾਨ ਹੈ। ਕੋਈ ਗੁਰੂ ਨੂੰ ਕਤਲ ਕਰ ਦੇਵੇ ਤਾਂ ਉਸ ਦੇ ਵਿੱਚ 3 ਮਹੀਨਿਆਂ ਦੇ ਵਿੱਚ ਜ਼ਮਾਨਤ ਕਿਵੇਂ ਹੋ ਸਕਦੀ ਹੈ? ਵੱਡੀ ਗੱਲ ਇੱਥੇ ਇਹ ਵੀ ਹੈ ਕਿ ਕਿਸੇ ਸਿਆਸੀ ਲੀਡਰ ਦਾ ਕਤਲ ਹੋ ਜਾਵੇ ਜਾਂ ਕਿਸੇ ਵੱਡੀ ਹਸਤੀ ਦਾ ਕਤਲ ਹੋ ਜਾਵੇ, ਉਸ ਉੱਤੇ ਪੂਰੇ ਦੇਸ਼ ਦਾ ਜਿਹੜਾ ਮੀਡੀਆ ਆ ਜਾਂ ਪ੍ਰਸ਼ਾਸਨ ਹੈ, ਉਹ ਪੱਬਾਂ ਭਾਰ ਹੋ ਕੇ ਕਾਰਵਾਈ ਕਰਦਾ ਆ ਕਿ ਇਹ ਕਾਰਵਾਈ ਆਖਰ ਪੈ ਕਿਵੇਂ ਗਈ। ਤਾਂ ਉਸ ਵਿਅਕਤੀ ਨੂੰ ਤਾਂ ਉਮਰ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ, ਕਦੇ ਜੇਲ੍ਹ ਚੋਂ ਬਾਹਰ ਆਉਣ ਨਹੀਂ ਦਿੱਤਾ ਜਾਂਦਾ, ਵੱਖਰੀਆਂ ਵੱਖਰੀਆਂ ਧਾਰਾਵਾਂ ਉਸ ਉੱਤੇ ਲਗਾ ਦਿੱਤੀਆਂ ਜਾਂਦੀਆਂ ਨੇ। ਪਰ ਜਿਸ ਭਾਵਨਾ ਦੇ ਨਾਲ ਜਾਂ ਜਿਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਿੱਖ ਜੁੜੇ ਹੋਏ ਨੇ, ਉਹਨਾਂ ਦੀ ਬੇਅਦਬੀ ਦੇ ਉੱਤੇ ਸਿਰਫ ਇੱਕ ਧਾਰਾ 295A ਦੀ ਆਖਰੀ ਇਕੱਲੀਓ ਕਿਉਂ ਲਗਾਈ ਜਾਂਦੀ ਹੈ? ਤਾਂ ਸਿੱਖ ਸੰਗਤ ਜਿੱਥੇ ਯੂਪਾ ਦੀ ਮੰਗ ਕਰਦੀ ਹੈ ਤਾਂ ਯੂਪਾ ਇਸ ਦੇ ਵਿੱਚ ਨਹੀਂ ਜੁੜਦੀ ਕਿਸੇ ਵੀ ਢੰਗ ਦੇ ਨਾਲ, ਕਿਉਂਕਿ ਇਹ ਉਹ ਕੇਸ ਨੇ, ਇਹ ਉਹ ਕੇਸ ਤਾਂ ਹਾਈਲਾਈਟ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸਿੱਖ ਸੰਗਤ ਦੇ ਸਾਹਮਣੇ ਆਵੇ, ਲੋਕਾਂ ਦੇ ਸਾਹਮਣੇ ਆਵੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜਦੋਂ ਬੇਅਦਬੀ ਹੋਈ ਹੈ ਤਾਂ ਉੱਥੇ ਯੂਪਾ ਲਾਉਣ ਦੀਆਂ ਗੱਲਾਂ ਕੀਤੀਆਂ ਜਾ ਚੁੱਕੀਆਂ ਨੇ। ਯੂਪਾ ਕਿਹਾ ਗਿਆ ਕਿ ਲੱਗੀ ਹੈ, ਪਰ ਯੂਪਾ ਜਿਹੜੀ UAP ਦੀ ਧਾਰਾ ਹੈ ਉਹ ਰੱਦ ਹੋ ਗਈ ਸੀ, ਕਿਉਂਕਿ ਜਿਹੜੇ ਦੋਸ਼ੀ ਦੇ ਉੱਤੇ ਕੋਈ ਵੀ ਅਜਿਹੇ ਉਹਦੇ ਕੋਲੋਂ ਹਥਿਆਰ ਜਾਂ ਬੰਬ ਵਗੈਰਾ ਨਹੀਂ ਫੜੇ ਗਏ ਸੀ। ਇਹ ਉੱਥੇ ਲੱਗਦੀ ਹੈ। ਸਿੱਖ ਸੰਗਤ ਇਸ ਦੀ ਮੰਗ ਕਰਦੀ ਹੈ, ਪਰ ਕਿਸੇ ਵੀ ਢੰਗ ਦੇ ਨਾਲ ਇਹ ਬੇਅਦਬੀ ਦੀ ਘਟਨਾ ਦੇ ਵਿੱਚ ਐਲੀਜੀਬਲ ਧਾਰਾ ਨਹੀਂ ਬਣਦੀ। ਤਾਂ ਇੱਥੇ ਇੱਕ ਮੰਗ ਇਹ ਹੈ ਕਿ ਇੱਕ ਵੱਖਰੀ ਧਾਰਾ ਹੈ ਜਿਹੜੀ, ਜਾਂ ਇੱਕ ਵੱਖਰੇ ਕਾਨੂੰਨ ਹੈ ਹੁਣ ਬਣਾਉਣ ਦੀ ਲੋੜ ਆ, ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਨਕੇਲ ਪਾਈ ਜਾਵੇ। ਮੰਗ ਕਰਦੇ ਹੋ ਕਿਸੇ ਇੱਕ ਵੱਖਰੀ ਧਾਰਾ ਨੂੰ ਬਣਾਇਆ ਜਾਵੇ? ਪਹਿਲੀ ਗੱਲ ਤਾਂ ਇਹ ਆ ਜੀ ਕਿ ਜਿਹੜੇ ਤੁਸੀਂ ਗੱਲ ਕਰੀਏ ਕਿ ਜਿਹੜੇ ਦੋਸ਼ੀ ਨੇ ਉਹ 3 ਮਹੀਨੇ ਬਾਅਦ ਬਾਹਰ ਆ ਜਾਂਦੇ ਨੇ। ਮੈਂ
ਜਿਹਨੇ ਹੁਣ ਬੇਅਦਬੀ ਕੀਤੀ ਹੈ ਕੇਸਗੜ੍ਹ ਸਾਹਿਬ, ਇਹਦੇ ਤਾਰ ਕੀ ਇਹਦਾ ਸਪਸ਼ਟੀਕਰਨ ਹੋ ਗਿਆ ਕਿ ਇਹ ਡੇਰਾ ਸੱਚਾ ਸੌਦਾ ਦਾ ਪੈਰੋਕਾਰ ਆ। ਤੇ ਜਿਹੜਾ ਡੇਰਾ ਸੱਚਾ ਸੌਦਾ ਦਾ ਪੈਰੋਕਾਰ, ਉਹਦੇ ਤੇ ਹੁਣ ਵੀ ਇੱਕ ਮੁਕੱਦਮਾ ਹੋਰ ਦਰਜ ਹੋਣਾ ਚਾਹੀਦਾ। ਉਹਨੂੰ ਲਿਆ ਕੇ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਉਹਦੇ ਦਾ ਚੰਗਾ ਰਿਮਾਂਡ ਲੈਣਾ ਚਾਹੀਦਾ, ਉਹਦੇ ਚੰਗੇ ਹੱਡ ਕੁੱਟਣੇ ਚਾਹੀਦੇ ਆ। ਉਹ ਸਾਰੀਆਂ ਬੇਅਦਬੀਆਂ ਦੱਸੂਗਾ ਕਿ ਮੈਂ ਕਿੱਥੇ ਕਿੱਥੇ ਕਰਾਈਆਂ ਨੇ, ਵਿੱਚ ਸੁਖਬੀਰ ਨੂੰ, ਵਿੱਚ ਇਹਨਾਂ ਦੇ ਟੋਲੇ ਨੂੰ, ਜਿਹੜੇ ਜਿਹੜੇ ਇਹਨਾਂ ਦੇ ਵਿੱਚ ਇਹਨਾਂ ਦੇ ਨਾਂ ਨੇ, ਇਹਨਾਂ ਦਾ ਰਿਮਾਂਡ ਲੈਣਾ ਚਾਹੀਦਾ। ਇਹ ਸਾਰੇ ਦੱਸਣਗੇ ਕਿ ਸਰੂਪ ਕਿੱਥੇ ਨੇ, ਕਿਹਨੇ ਖੁਰਦਬੁਰਦ ਕੀਤੇ ਨੇ। ਦੂਸਰੀ ਗੱਲ, ਤੁਸੀਂ ਗੱਲ ਕਰ ਰਹੇ ਹੋ ਕਿ ਇਹਨਾਂ ਤੇ ਆਪਣੇ ਕੀ ਨਾਮ ਆ ਕਿ ਵੱਖਰਾ ਨਹੀਂ ਜੀ। ਅਸੀਂ ਸਰਕਾਰੀ ਤੋਂ 84 ਦੇ ਸਾਨੂੰ ਇਨਸਾਫ ਨਹੀਂ ਮਿਲੇ ਕੋਰਟਾਂ 'ਚ, ਤਾਂ 84 ਦੇ ਕੋਰਟ ਦਾ ਇਨਸਾਫ ਮਿਲੇ ਸਾਨੂੰ ਹਲੇ ਤੱਕ ਨਹੀਂ ਮਿਲੇ। ਉਹ ਭੈਣਾਂ ਦੇ ਭਰਾ ਨਹੀਂ ਹਲੇ ਤੱਕ ਮੁੜ ਕੇ ਜੁੜੇ, ਉਹ ਭੈਣਾਂ ਨੂੰ ਰੱਖੜੀ ਬੰਨਣੀ ਵੀ ਔਖੀ ਹੋਈ ਵੀ ਆ ਇਹਨਾਂ ਨੂੰ, ਠੀਕ ਆ। ਉਹ ਪਰਿਵਾਰਾਂ ਨੂੰ ਪੁੱਤ ਦੇਖਣੇ ਔਖੇ ਹੋਏ ਨੇ ਜਿਨ੍ਹਾਂ ਦੇ 84 ਵੇਲੇ ਇਹਨਾਂ ਨੇ ਤੇ ਗਲ 'ਚ ਟਾਇਰ ਪਾ ਜਾਂ ਅਕਾਲ ਤਖਤ ਸਾਹਿਬ 84 ਭੁੱਲਦਾ ਨਹੀਂ ਹੈ, ਸਾਨੂੰ ਨਹੀਂ ਭੁੱਲਦੀ ਉਹ, ਠੀਕ ਆ। ਤੇ ਇਹ ਕਿਹੜੀਆਂ ਗੱਲਾਂ ਕਰ ਰਹੇ ਨੇ? ਸਾਡਾ ਅਕਾਲ ਤਖਤ ਸਾਹਿਬ ਫੈਸਲਾ ਦੇਵੇ ਜੀ, ਅਕਾਲ ਤਖਤ ਸਾਹਿਬ ਦਾ ਜਹੇਦਾਰ ਫੈਸਲਾ ਦੇਵੇ। ਕਿਉਂ ਉਹ ਫੈਸਲਾ ਤਾਂ ਦੇਵੇ? ਜਹੇਦਾਰੀ ਬਾਬਾ ਜੀ ਇੱਕ ਕੌਮ ਦੇ ਉੱਪਰ ਥੋਪਿਆ ਜਾਂਦਾ। ਅੱਜ ਅਸੀਂ ਹਵਾਰੇ ਦੀ ਮੰਗ ਸਾਨੂੰ ਕਿਉਂ ਕਰਨੀ ਪਈ? ਸਾਨੂੰ 5 ਜਹੇਦਾਰ ਦੁਬਾਰਾ ਕਿਉਂ ਚੁਣਨੇ ਪੈ ਰਹੇ ਨੇ? ਸਾਨੂੰ ਸਰਬੱਤ ਖਾਲਸਾ ਦੁਬਾਰਾ ਕਿਉਂ ਕਰਾਉਣਾ ਪੈ ਰਿਹਾ? ਇਹ ਠੋਸ ਫੈਸਲਾ ਨਹੀਂ ਲੈ ਰਹੇ ਤਾਂ ਕਰਾਉਣਾ ਪਿਆ। ਜਗਤਾਰ ਸਿੰਘ ਹਵਾਰੇ ਨੂੰ ਅਕਾਲ ਤਖਤ ਸਾਹਿਬ ਦਾ ਜਹੇਦਾਰ ਲਾਇਆ, ਇਹ ਕੱਢਣ ਜੇਲ੍ਹ ਚੋਂ। ਮੈਂ ਗਰੰਟੀ ਦਿੰਦਾ ਬੇਅਦਬੀ 24 ਘੰਟੇ ਦੇ ਅੰਦਰ ਅੰਦਰ ਬੇਅਦਬੀ ਵਾਲੇ ਵੀ ਫੜ ਲੂਗਾ, ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਵੀ ਕਾਇਮ ਰੱਖੂਗਾ। ਤੇ ਜਿਹੜੇ ਇਹ ਜਹੇਦਾਰ ਬਾਦਲਾਂ ਦੇ, ਜਿਹੜੇ ਬਾਦਲ ਟੋਲੇ ਨੂੰ ਨਾਂ ਨਹੀਂ ਲਿਆ ਰਹੇ ਖੁੱਲ੍ਹ ਕੇ, ਉਹਨਾਂ ਦਾ ਵੀ ਨਾਂ ਬਖਵਾ ਦੂਗਾ 24 ਘੰਟੇ ਦੇ ਅੰਦਰ ਅੰਦਰ। ਇਹ ਗੱਲ ਮੈਂ ਤੁਹਾਨੂੰ ਲਿਖ ਕੇ ਦੇਣ ਨੂੰ ਤਿਆਰ ਹਾਂ। ਜੇ ਕੱਢ ਦੇਣ, ਕਹਿ ਦੇਣ ਕਿ ਜਹੇਦਾਰ ਆ, ਇੱਕ ਦਿਨ ਵਾਸਤੇ ਉਹਨੂੰ ਜਹੇਦਾਰ ਲਾ ਦੇਣ, ਸਾਰਾ ਕੁਝ ਇਹਨਾਂ ਦੇ ਨੱਕ 'ਚ ਦਮ ਕਰ ਦੂਗਾ ਕਿ ਕਿੱਥੇ ਨੇ ਇਹ ਦੋਸ਼ੀ। ਬਹੁਤ ਕੋਈ ਵੱਡੀ ਅਕਾਲ ਤਖਤ ਸਾਹਿਬ ਯਾਰ ਜਹੇਦਾਰ ਇਹਨਾਂ ਦੇ ਨੇ, ਲਿਫਾਫੇ ਵਿੱਚੋਂ ਜਹੇਦਾਰ ਨਿਕਲ ਜਾਂਦਾ, ਥਾਪ ਕੇ ਚੋਰੀ ਜਹੇਦਾਰ ਥਾਪ ਦਿੰਦੇ ਨੇ, ਪ੍ਰਧਾਨ ਲਾ ਦਿੰਦੇ ਨੇ। ਲੌਂਗੋਵਾਲ ਦਾ ਕਿਸੇ ਨੂੰ ਪਤਾ ਲੱਗਿਆ ਕਿ ਲੌਂਗੋਵਾਲ ਆਪਣੇ ਬਰੂੰਗਰ ਕਦੋਂ ਹਟਾਇਆ, ਲੌਂਗੋਵਾਲ ਕਦੋਂ ਲਾਇਆ, ਬੀਬੀ ਜਗੀਰ ਨਾ ਲੌਂਗੋਵਾਲ ਨੂੰ ਕਦੋਂ ਹਟਾਇਆ, ਬੀਬੀ ਜਗੀਰ ਕੋਲ ਕਦੋਂ ਲਾਈਏ, ਪਤਾ ਕਿਸੇ ਨੂੰ ਪਤਾ ਲੱਗਦਾ? ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਿਉਂ ਨਹੀਂ ਹੋ ਰਹੀਆਂ? ਇੱਕ ਨਾ ਪੋਸਟਰ ਸ਼੍ਰੋਮਣੀ ਅਕਾਲੀ ਦਲ ਨੇ ਲਵਾਏ ਹੋਏ ਨੇ, ਤੇ ਚਲੋ ਮੈਂ ਹਲੇ ਧਿਆਨ ਨਾਲ ਨਹੀਂ ਦੇਖੇ, ਕਿ 10 ਸਾਲ ਸ਼੍ਰੋਮਣੀ ਕਮੇਟੀ ਨੂੰ ਚੋਣਾਂ ਨੂੰ ਹੋਣ ਵਾਲੇ ਨੇ। ਪਾਰਲੀਮੈਂਟ ਦੀਆਂ ਜਿਹੜੀ ਚੋਣਾਂ ਨੇ ਉਹ ਕਿੰਨੀ ਵਾਰੀ ਹੋ ਲਈ? 17 ਪਤਾ ਨਹੀਂ 18 ਵਾਰੀ ਹੋ ਲਈਆਂ, ਠੀਕ ਆ। ਤੇ ਸ਼੍ਰੋਮਣੀ ਕਮੇਟੀ ਦੀ ਚੋਣਾਂ ਕਿਉਂ ਨਹੀਂ ਹੋਣ ਦਿੰਦੇ? ਡਰ ਆ ਇਹਨਾਂ ਨੂੰ ਤਾਂ ਕਿ ਇਹਨਾਂ ਦੇ ਹੱਥੋਂ ਜਿਹੜਾ ਪੈਸਾ ਗੋਲਕਾਂ ਜਿਹੜੇ ਵਰਤਦੇ ਨੇ ਆਪਣੇ ਰੈਲੀਆਂ ਦੇ ਵਿੱਚ, ਉਹ ਖੋਇਆ ਜਾਣਾ। ਚਾਹੇ ਉਹ ਬਾਦਲ ਆ, ਚਾਹੇ ਉਹ ਕਾਂਗਰਸ ਆ, ਚਾਹੇ ਆਮ ਆਦਮੀ ਆ, ਠੀਕ ਆ। ਇਹ ਤਿੰਨਾਂ ਦੀ ਜਿਹੜੇ ਡਿਬੇਟ ਆ ਸਾਨੂੰ ਨਹੀਂ ਚਾਹੀਦੇ, ਨਾ ਅਸੀਂ ਇਹਨਾਂ ਨੂੰ ਮੰਨਦੇ ਹੀ ਆ। ਅਸੀਂ ਸਰਕਾਰ ਨੂੰ ਤਾਂ ਅਸੀਂ ਮੰਨਦੇ ਨਹੀਂ। ਇਹ ਦੇਸ਼ ਸਾਡਾ ਹੈ ਹੀ ਨਹੀਂ ਜਿੱਥੇ ਸਾਡੇ ਗੁਰੂ ਸਿੰਘ ਨੇ, ਅਸੀਂ ਤਾਂ ਕੀ ਸੁਰੱਖਿਆ 'ਚ ਰਹਿ ਲਵਾਂਗੇ? ਕਿਉਂ? ਇਹ ਦੇਸ਼ ਨਹੀਂ ਹੈਗਾ ਹੁਣ, ਠੀਕ ਆ। ਜਿੱਥੇ ਨੌਜਵਾਨਾਂ ਦੇ ਸ਼ਰੇਆਮ ਧੀਆਂ ਭੈਣ ਜੀ ਇੱਜ਼ਤਾਂ ਲੁੱਟੀਆਂ ਜਾਂਦੀਆਂ ਹੋਣ, 5-5 ਸਾਲ ਦੀਆਂ ਬੱਚੀਆਂ ਨੂੰ ਬਲਾਤਕਾਰ ਕਰ ਦਿੱਤੇ ਜਾਣਦੇ ਹੋਣ, ਉਹ ਦੇਸ਼ ਨਹੀਂ ਹੈਗਾ, ਠੀਕ ਆ। ਇਹਨੂੰ ਦੇਸ਼ ਇੱਕੋ ਦਰਜਾ ਕੀ ਦੇ ਰਹੇ ਨੇ? ਹਿੰਦੂ ਤੱਪ ਦਾ ਦਰਜਾ ਮਿਲ ਰਿਹਾ, ਠੀਕ ਆ। ਭਾਰਤ ਦੇਸ਼ ਨੂੰ ਇਹ ਕੀ ਆ ਹਿੰਦੂ ਰਾਸ਼ਟਰ ਕਹਿਣ ਲੱਗ ਗਏ। ਕਿਉਂ ਜੀ? ਉੱਥੇ ਕਿਉਂ ਨਹੀਂ ਹਾਈਕੋਰਟ ਬੋਲ ਰਿਹਾ ਕਿ ਭਾਰਤ ਨਾ ਆਪਣੇ ਹਿੰਦੂ ਦੇਸ਼, ਨਾ ਆਪਣੇ ਹਿੰਦੂ ਰਾਸ਼ਟਰ ਨਹੀਂ ਹੈਗਾ, ਇਹ ਭਾਰਤ ਦੇਸ਼ ਆ? ਕਿਉਂ ਨਹੀਂ ਕਹਿੰਦੇ? ਇੱਕ ਦੇਖੋ, ਲਾਲ ਕਿਲੇ ਦੀ ਮੈਂ ਗੱਲ ਕਰ ਦੇਣਾ ਚਾਹੁੰਦਾ, ਸਪਸ਼ਟੀਕਰਨ ਦੇ ਦੇਣਾ ਚਾਹੁੰਦਾ। ਇਹ ਕਿਉਂ ਦੇਣਾ ਚਾਹੁੰਦਾ? ਇਹਨਾਂ ਨੇ, ਮੈਂ ਵੀ ਜੇਲ੍ਹ ਕੱਟ ਕੇ ਆਇਆ, ਸਾਡੇ ਨਾਲ ਦੇ ਸਿੰਘ ਸਾਰੇ ਜੇਲ੍ਹ ਕੱਟ ਕੇ ਆਏ ਨੇ, ਲਖਵੀਰ ਸਿੰਘ ਸੌਂਟੀ ਜੀ ਹੋਰ ਜਿਹੜੇ ਨੇ ਸਾਰੇ ਜੇਲ੍ਹ ਕੱਟ ਕੇ ਆਏ ਅਸੀਂ ਲਾਲ ਕਿਲੇ ਦੇ ਚੱਕਰ ਦੇ ਵਿੱਚ। ਲਾਲ ਕਿਲੇ ਦੇ ਵਿੱਚ ਝੰਡਾ, ਤਿਰੰਗੇ ਝੰਡੇ ਨੂੰ ਕਿਸੇ ਨੇ, ਜਿਹੜਾ ਅਸੀਂ ਵੀ ਸਤਿਕਾਰ ਕਰਦੇ ਉਹਦਾ, ਕਿਉਂ ਇਹਨਾਂ ਦੀ ਦੇਸ਼ ਦਾ ਰਾਖੀ ਵਾਲਾ, ਉਦੋਂ ਕਿਸੇ ਨੇ ਛੇੜਿਆ ਨਹੀਂ ਸੀ। ਝੰਡਾ ਹੋਰ ਪਾਸੇ ਲਹਿਰਾਇਆ ਗਿਆ ਸੀ। 15 ਤਰੀਕ ਆਪਣੇ 15 ਅਗਸਤ ਲੰਘ ਕੇ ਗਈ ਆ, ਸਾਰਿਆਂ ਨੂੰ ਪਤਾ। ਉਹਦੇ ਵਿੱਚ ਤਿਰੰਗੇ ਦਾ ਅਪਮਾਨ ਥੱਲੇ ਕੀਤਾ ਗਿਆ, ਤਿਰੰਗੇ ਨੂੰ ਆਪਣੇ ਮੋਦੀ ਦਾ ਝੰਡਾ ਉੱਪਰ ਕੀਤਾ ਗਿਆ। ਉਹ ਬੇਅਦਬੀ ਨਹੀਂ ਹੋਈ? ਮੋਦੀ ਪਰ ਕਿਉਂ ਨਹੀਂ ਪਰਚਾ ਦਰਜ ਹੋਇਆ? ਜਿਹੜੇ ਉਹਦੇ ਨਾਲ ਦੇ ਸੀ ਉਹਨਾਂ ਪਰ ਕਿਉਂ ਨਹੀਂ ਪਰਚਾ ਦਰਜ ਹੋਇਆ? ਇਸ ਲਈ ਇਹ ਸਾਨੂੰ, ਅਸੀਂ ਇਹੋ ਜਿਹਾ ਦੇਸ਼ ਨਹੀਂ ਚਾਹੁੰਦੇ, ਠੀਕ ਆ। ਅਸੀਂ ਵੱਖਰੇ ਮੁਲਕ ਦੀ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਹਾਂ। ਸਾਨੂੰ ਖਾਲਿਸਤਾਨ ਚਾਹੀਦਾ ਜਿੱਥੇ ਅਸੀਂ ਹਰੇਕ ਸੇਫ ਰਹਿ ਸਕੇ, ਹਿੰਦੂ ਵੀ ਸੇਫ ਰਹਿ ਸਕੇ, ਮੁਸਲਮਾਨ ਵੀ ਸੇਫ ਰਹਿ ਸਕੇ, ਈਸਾਈ ਵੀ ਸੇਫ ਰਹਿ ਸਕੇ, ਸਿੱਖ ਵੀ ਸੇਫ ਰਹੇ। ਜਿਹੜੇ ਸਾਡੇ ਬੇਅਦਬੀਆਂ ਦਾ ਦੌਰ ਆ ਕਿਸੇ ਵੀ ਮੰਦਿਰ ਦੇ ਮਸਜਿਦ ਦੇ ਉੱਪਰ, ਕਿਉਂ ਇਹਨਾਂ ਨੇ ਬਾਬਰੀ ਮੰਦਿਰ ਢਾਹ ਕੇ ਇਹਨੂੰ ਹਿੰਦੂ ਦਾ ਆਪਣੇ ਮੰਦਿਰ ਬਣਾ ਦਿੱਤਾ? ਉਹ ਸਾਨੂੰ ਨਹੀਂ ਚਾਹੀਦਾ ਐਸਾ ਦੇਸ਼। ਕਿਉਂ? ਜਿਹੜਾ ਬੰਦਾ ਜਿਹਦੇ ਧਰਮ ਦੇ ਵਿੱਚ ਆ, ਸਾਡੇ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਸੇ ਵੀ ਧਰਮ ਦਾ ਅਸੀਂ ਅਪਮਾਨ ਨਾ ਕੀਤਾ, ਨਾ ਅਸੀਂ ਕਰਾਂਗੇ, ਠੀਕ ਆ। ਅਸੀਂ ਚਾਹੁੰਦੇ ਸਾਨੂੰ ਬਰਾਬਰ ਦਰਜਾ ਸਾਰਿਆਂ ਨੂੰ ਦਿੱਤਾ ਜਾਵੇ, ਠੀਕ ਆ। ਇਹ ਇੱਕ ਗੱਲ ਤੁਹਾਨੂੰ ਹੋਰ ਵੀ ਮੈਂ ਨਾਲ ਕਹਿ ਦੇਣਾ ਚਾਹੁੰਦਾ ਕਿ ਨੈਟ ਦੇ ਉੱਪਰ ਸਰਚ ਜ਼ਰੂਰ ਕਰਿਓ ਕਿ ਜਿਹੜੀ ਹਿੰਦੂ ਤਾਂ ਆਪਣੇ 16 ਪੇਜਾਂ ਦੀ ਕਾਪੀ ਲਿਖੀ ਆ, ਉਹ ਜ਼ਰੂਰ ਜਗ ਜ਼ਾਹਰ ਕਰੋ ਕਿ ਇਹਨਾਂ ਦਾ ਅਸਲ ਪੋਲ ਜਿਹੜਾ ਲੋਕਡਾਊਨ ਦੇ ਵਿੱਚ ਇਹਨਾਂ ਨੇ ਕਰਿਆ ਉਹ ਖੁੱਲੇ।
ਜਿਹਦੇ ਵਿੱਚ ਉਹਦੇ ਵਿੱਚ ਇੰਨੀਆਂ ਕੁ ਗੱਲਾਂ ਨੇ ਜਿਹੜੇ ਉਹ ਪੂਰਾ ਹਿੰਦੂ ਰਾਸ਼ਟਰ ਦੀ ਇਹਨਾਂ ਨੇ ਪਲੰਦਾ ਮਿੱਥ ਲਿਆ ਵਾ। ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਲੱਗ ਰਿਹਾ ਕਿ 2022 ਦੇ ਵਿੱਚ ਇਹ ਲਾਗੂ ਕਰ ਦੇਣਗੇ। ਉਹ ਕੇਸ ਇਹ ਇੱਥੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਸੀ ਕਿ ਮੌਜੂਦਾ ਸਮੇਂ ਦੇ ਵਿੱਚ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਉੱਤੇ ਬੇਅਦਬੀ ਦੀ ਘਟਨਾ ਵਾਪਰੀ ਹੈ ਤਾਂ ਸਿੱਖ ਫਿਰਕਿਆਂ ਦੇ ਵਿੱਚ ਇਹ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਨੇ ਕਿ ਆਖਰ ਇਹਨਾਂ ਦਾ ਹੱਲ ਕੀ ਹੈ, ਕਿ ਯੂਪਾ ਦੀ ਧਾਰਾ ਇਸ ਦਾ ਹੱਲ ਹੈ, ਯੂਏਪੀ ਦੀ ਧਾਰਾ ਲਾਉਣੀ ਇਸ ਦਾ ਹੱਲ ਹੈ, ਕਿ ਯੂਏਪੀ ਦੀ ਧਾਰਾ ਲੱਗ ਸਕਦੀ ਹੈ। ਤਾਂ ਇਹ ਉਹ ਦੋ ਕੇਸ ਸੀ ਜਿਹੜੀਆਂ ਉਦਾਹਰਨਾਂ ਨੇ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਤਕਰੀਬਨ 11 ਮਹੀਨੇ ਪਹਿਲਾਂ ਬੇਅਦਬੀ ਦੀ ਘਟਨਾਵਾਂ ਵਾਪਰਦੀਆਂ ਨੇ, ਜਿਸ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਿਹੜੇ ਅੰਤਰਿਕ ਕਮੇਟੀ ਮੈਂਬਰ ਨੇ ਉਹਨਾਂ ਦੇ ਵੱਲੋਂ, ਫਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਦੇ ਵੱਲੋਂ ਅਤੇ ਹੋਰ ਸਿੱਖ ਸੰਗਤ ਦੇ ਵੱਲੋਂ, ਸਿੱਖ ਆਗੂਆਂ ਦੇ ਵੱਲੋਂ ਇਹ ਗੱਲਾਂ ਆਖੀਆਂ ਗਈਆਂ ਸੀ ਕਿ ਯੂਏਪੀ ਦੀ ਧਾਰਾ ਲਗਵਾਈ ਜਾਊਗੀ, ਦੋਸ਼ੀ ਨੂੰ ਸਾਰੀ ਉਮਰ ਜੇਲ੍ਹ ਚੋਂ ਬਾਹਰ ਨਹੀਂ ਆਉਣ ਦਿੱਤਾ ਜਾਊਗਾ। ਪਰ 3 ਮਹੀਨਿਆਂ ਦੇ ਬਾਅਦ ਹੀ ਉਸਦੀ ਜ਼ਮਾਨਤ ਹੈ ਉਹ ਹੋ ਜਾਂਦੀ ਹੈ ਅਤੇ ਉਹ ਬਾਹਰ ਜੇਲ੍ਹ ਤੋਂ ਆ ਜਾਂਦਾ ਹੈ। ਹਾਲਾਂਕਿ ਕੇਸ ਚੱਲ ਰਿਹਾ ਹੈ, ਭਾਰਤੀ ਅਦਾਲਤਾਂ ਕਿੰਨੀਆਂ ਕੁ ਹੌਲੀਆਂ ਨੇ ਜਾਂ ਕਿੰਨੀਆਂ ਕੁ ਹੌਲੀ ਕਾਰਵਾਈ ਕਰਦੀਆਂ ਨੇ, ਜ਼ਿਲ੍ਹੀਆਂ ਚੱਲਦੀਆਂ ਨੇ, ਇਹ ਤੁਹਾਡੇ ਸਾਹਮਣੇ ਵੀ ਹੈ ਕਿਉਂਕਿ ਲੰਬੇ ਕੇਸ ਇੱਥੇ ਚੱਲਦੇ ਰਹਿੰਦੇ ਨੇ, 20 30 ਸਾਲ ਕੇਸ ਚੱਲਦੇ ਰਹਿੰਦੇ ਨੇ, ਵਿਅਕਤੀ ਮੁੱਕ ਜਾਂਦੇ ਨੇ, ਹਾਲਾਂਕਿ ਅਦਾਲਤਾਂ ਦੇ ਵਿੱਚ ਉਹਨਾਂ ਦੇ ਚੱਲਦੇ ਕੇਸ ਨਹੀਂ ਖਤਮ ਹੁੰਦੇ। ਪਰ ਹੁਣ ਸਮਾਂ ਇਹ ਹੈ, ਸਿੱਖ ਸੰਗਤ ਵੀ ਮੰਗ ਕਰਦੀ ਹੈ ਕਿ ਅਕਾਲ ਤਖ਼ਤ ਸਾਹਿਬ ਤੋਂ ਕੋਈ ਹੁਕਮ ਜਾਂ ਅਕਾਲ ਤਖ਼ਤ ਸਾਹਿਬ ਤੋਂ ਕੋਈ ਫਰਮਾਨ ਜਿਹੜਾ ਸਿੱਖ ਸੰਗਤ ਦੇ ਨਾਮ ਜਾਰੀ ਕੀਤਾ ਜਾਵੇ, ਕਿਉਂਕਿ ਇੰਤਹਾ ਹੋ ਚੁੱਕੀ ਹੈ। 250 ਦੇ ਕਰੀਬ ਬੇਅਦਬੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਨੇ। ਆਖਰੇ ਪੰਜਾਬ ਜਾ ਕਿੱਧਰ ਨੂੰ ਰਿਹਾ, ਜਾਂ ਪੰਜਾਬ ਦਾ ਭਵਿੱਖ ਹੋਊਗਾ ਕੀ, ਸਿੱਖਾਂ ਦਾ ਭਵਿੱਖ ਕੀ ਹੋਊਗਾ? ਇੰਨੀਆਂ ਬੇਅਦਬੀ ਦੀਆਂ ਘਟਨਾਵਾਂ ਵਾਪਰ ਜਾਣੀਆਂ, 365 ਸਰੂਪਾਂ ਦਾ ਕੋਈ ਥਾਂ ਪਤਾ ਨਾ ਹੋਣਾ, ਬਰਗਾੜੀ ਦਾ ਇਨਸਾਫ ਨਾ ਹੋਣਾ, ਬਾਈਬਲ ਕਲਾਂ ਦੇ ਵਿੱਚ ਗੋਲੀ ਚੱਲ ਜਾਣੀ। ਆਖਰ ਪੰਜਾਬ ਦੇ ਵਿੱਚ ਘਟ ਕੀ ਰਿਹਾ ਹੈ? ਕੀ ਪੰਜਾਬੀਆਂ ਵਾਸਤੇ ਭਾਰਤ ਦੇਸ਼ ਦੇ ਵਿੱਚ ਕਦੇ ਇਨਸਾਫ ਹੋਵੇਗਾ? ਕੀ ਭਾਰਤ ਦੇ ਵਿੱਚ ਪੰਜਾਬੀਆਂ ਨੂੰ ਕਦੇ ਇਨਸਾਫ ਮਿਲ ਪਾਊਗਾ? ਇੱਕ ਵੱਡੇ ਸਵਾਲ ਨੇ, ਪ੍ਰਸ਼ਾਸਨ ਦੇ ਸਾਹਮਣੇ ਨੇ, ਸਿਸਟਮ ਦੇ ਸਾਹਮਣੇ, ਇਸ ਦੇਸ਼ ਦੇ ਸਾਹਮਣੇ ਨੇ, ਲੋਕਤੰਤਰ ਦੇ ਸਾਹਮਣੇ ਨੇ ਕਿ ਲੋਕਤੰਤਰ ਦੇ ਪਰਦੇ ਹੇਠ ਆਮ ਲੋਕਾਂ ਦਾ ਘਾਣ ਕਦੋਂ ਤੱਕ ਚੱਲਦਾ ਰਹੇਗਾ। ਬਣੇ ਰਹੋ KTV ਚੈਨਲ ਦੇ ਨਾਲ। ਤੁਹਾਡੇ ਹੱਕ ਸੱਚ ਦੀ ਆਵਾਜ਼, ਕੈਮਰਾਮੈਨ ਸਹਿਯੋਗੀ ਸਿਮਰਤਪਾਲ ਸਿੰਘ ਦੇ ਨਾਲ ਮੈਂ ਮਨਦੀਪ ਸਿੰਘ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।